श्री हर राय नमो कर श्री हर कृष्ण मनाए बहोरी एक बहादुर परम कृपाला जी परम कृपाला श्री गुरु गोबिंद सिंह विशाला करो तरा पुन पुन सीसा जी पुन 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 सीसा बार बार वर जगदीसा जिसमें है अमृत ज्ञान है मानक भगत बैराग श्री गुरु ग्रंथ साहिब दद बंधों कर अनुराग एक ओंकार सतगुरु हे प्रसाद सच होए वाहिगुरु जी की विघ्न विनाशन सोए वाहिगुरु जी की विघ्न विनाशन सोए सतनाम वाहिगुरु साहिब जी दोहरा शुदा लगी व्याकुल भयो मर्दाना कुलाय समित हेत कारण करना तेह उर भूख लगाए वाहिगुरु जी का खालसा वाहिगुरु जी की फतेह। जुग जुग अटल सबर शत्र तख्त दे मालिक हाजरा गुरु साहरा सबूत सर्व कला प्रभुर गुरता गति ते सुभाई मान जागरी जोत श्री गुरु ग्रंथ ਸਾਹਿਬ महाराज जी दे पावन पवित्र चरना कमलों का आसरा मिलिया है तुझ आगे अरदास हमारी जियो पिंड सब तेरा ਇਹ ਜੀ ਵੀ ਉਹਦਾ ਤੇ ਪਿੰਡ ਵੀ ਉਹਦਾ ਕਹੋ ਨਾਨਕ ਸਭ ਤੇਰੀ ਵਡਿਆਈ कोई नाओ न जाने मेरा ਸਤਿਗੁਰਾਂ ਦੀ ਵਡਿਆਈ ਹੀ ਹੈ ਆਪਣਾ ਕੀ ਨਾਮ ਕੋਈ ਨਹੀਂ ਜਾਣਦਾ ਅੱਜ ਹੈਗੇ ਆ ਕੱਲ ਨੂੰ ਨਹੀਂ ਹੋਵਾਂਗੇ ਸੋ ਇਸ ਕਰਕੇ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰੂ ਗੋਬਿੰਦ बिंद ਕਹੋ ਨਾਨਕ ਇਹ ਜਗਤ ਮੈਂ किन जपियो गुरमंत ਇਹਦੇ ਗੁਰੂ ਦਾ ਮੰਤਰ ਵਿਰਲਿਆਂ ਨੇ ਜਪਿਆ ਕਿਨ ਦਾ ਅਰਥ ਹੈ ਕੋਈ ਵਿਰਲੇ ਕਿਨ ਜਪਿਓ ਗੁਰਮੰਤਰ ਥੋੜੀਆਂ ਥੋੜੀਆਂ ਰੂਹਾਂ ਜਿਨ੍ਹਾਂ ਤੇ ਗੁਰੂ ਸਾਹਿਬ ਤਰੁੱਠੇ ਹੈ ਉਹ ਹੀ ਜਪਦੇ ਹਨ ਆਓ ਫਿਰ ਜਪੀਏ ਪਿਆਰਿਓ ਇੱਕ ਓੰਕਾਰ एक ओंकार ਸਤਿਨਾਮ सतनाम ਕਰਤਾ ਪੁਰਖ करता पुरख ਨਿਰਵੈਰ निर्भव निर्वैर ਕਾਲ ਮੂਰਤ अकाल मूरत ਨੀ ਸਭੰ अजुनी सैभं ਪ੍ਰਸਾਦ गुर प्रसाद ਓੰਕਾਰ एक ओंकार ਸਤਿਨਾਮ सतनाम ਕਰਤਾ ਪੁਰਖ करता पुरख ਨਿਰਵੈਰ निर्भव निर्वैर ਕਾਲ ਮੂਰਤ अकाल मूरत ਨੀ ਸਭੰ अजुनी सैभं ਗੁਰ ਪ੍ਰਸਾਦ गुर प्रसाद ਏਕ ਓੰਕਾਰ एक ओंकार
ਕਰਤਾ ਪੁਰਖ ਨਿਰਭਉ ਨਿਰਵੈਰ ਨਿਰਭਉ ਨਿਰਵੈਰ ਅਕਾਲ ਮੂਰਤ ਅਕਾਲ ਮੂਰਤ ਅਜੂਨੀ ਸੈਭੰ ਅਜੂਨੀ ਸੈਭੰ ਗੁਰ ਪ੍ਰਸਾਦ ਗੁਰ ਪ੍ਰਸਾਦ ਏਕ ਓੰਕਾਰ ਸਤਿਨਾਮ ਸਤਿਨਾਮ ਕਰਤਾ ਪੁਰਖ ਕਰਤਾ ਪੁਰਖ ਨਿਰਭਉ ਨਿਰਵੈਰ ਨਿਰਭਉ ਨਿਰਵੈਰ ਅਕਾਲ ਮੂਰਤ ਅਕਾਲ ਮੂਰਤ ਅਜੂਨੀ ਸੈਭੰ ਅਜੂਨੀ ਸੈਭੰ ਗੁਰ ਪ੍ਰਸਾਦ ਗੁਰ ਪ੍ਰਸਾਦ ਏਕ ਓੰਕਾਰ ਏਕ ਓੰਕਾਰ ਸਤਿਨਾਮ ਸਤਿਨਾਮ ਕਰਤਾ ਪੁਰਖ ਕਰਤਾ ਪੁਰਖ ਨਿਰਭਉ ਨਿਰਵੈਰ ਨਿਰਭਉ ਨਿਰਵੈਰ ਅਕਾਲ ਮੂਰਤ ਅਕਾਲ ਮੂਰਤ ਅਜੂਨੀ ਸੈਭੰ ਅਜੂਨੀ ਸੈਭੰ ਗੁਰ ਪ੍ਰਸਾਦ ਗੁਰ ਪ੍ਰਸਾਦ ਏਕ ਓੰਕਾਰ ਏਕ ਓੰਕਾਰ ਸਤਿਨਾਮ ਸਤਿਨਾਮ ਕਰਤਾ ਪੁਰਖ ਕਰਤਾ ਪੁਰਖ ਨਿਰਭਉ ਨਿਰਵੈਰ ਨਿਰਭਉ ਨਿਰਵੈਰ ਅਕਾਲ ਮੂਰਤ ਅਕਾਲ ਮੂਰਤ ਅਜੂਨੀ ਸੈਭੰ ਅਜੂਨੀ ਸੈਭੰ ਗੁਰ ਪ੍ਰਸਾਦ ਗੁਰ ਪ੍ਰਸਾਦ ਓੰਕਾਰ ਏਕ ਓੰਕਾਰ ਸਤਿਨਾਮ ਸਤਿਨਾਮ ਕਰਤਾ ਪੁਰਖ ਕਰਤਾ ਪੁਰਖ ਨਿਰਭਉ ਨਿਰਵੈਰ ਨਿਰਭਉ ਨਿਰਵੈਰ ਅਕਾਲ ਮੂਰਤ ਅਕਾਲ ਮੂਰਤ ਅਜੂਨੀ ਸੈਭੰ ਅਜੂਨੀ ਸੈਭੰ ਗੁਰ ਪ੍ਰਸਾਦ ਗੁਰ ਪ੍ਰਸਾਦ ਏਕ ਓੰਕਾਰ ਏਕ ਓੰਕਾਰ ਸਤਿਨਾਮ ਸਤਿਨਾਮ ਕਰਤਾ ਪੁਰਖ ਕਰਤਾ ਪੁਰਖ ਨਿਰਭਉ ਨਿਰਵੈਰ ਨਿਰਭਉ ਨਿਰਵੈਰ ਅਕਾਲ ਮੂਰਤ ਅਕਾਲ ਮੂਰਤ ਅਜੂਨੀ ਸੈਭੰ ਅਜੂਨੀ ਸੈਭੰ ਗੁਰ ਪ੍ਰਸਾਦ ਗੁਰ ਪ੍ਰਸਾਦ ਓੰਕਾਰ ਏਕ ਓੰਕਾਰ ਸਤਿਨਾਮ ਸਤਿਨਾਮ ਕਰਤਾ ਪੁਰਖ ਕਰਤਾ ਪੁਰਖ ਨਿਰਭਉ ਨਿਰਵੈਰ ਨਿਰਭਉ ਨਿਰਵੈਰ ਅਕਾਲ ਮੂਰਤ ਅਕਾਲ ਮੂਰਤ ਅਜੂਨੀ ਸੈਭੰ ਅਜੂਨੀ ਸੈਭੰ ਗੁਰ ਪ੍ਰਸਾਦ ਗੁਰ ਪ੍ਰਸਾਦ ਵਾਹਿਗੁਰੂ 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 ਗੁਰ ਪੀਰਾਂ ਕੀ ਚਾਕਰੀ 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 ਗੁਰ ਪੀਰਾਂ ਕੀ ਚਾਕਰੀ
ਗੁਰ ਪੀਰਾ ਕੀ ਚਾਕਰੀ ਮਹਾਂ ਕਰੜੀ ਸੁਖ ਸਾਰ ਮਹਾਂ ਕਰੜੀ ਸੁਖ ਸਾਰ ਮਹਾਂ ਕਰੜੀ ਸੁਖ ਸਾਰ ਮਹਾਂ ਕਰੜੀ ਸੁਖ ਸਾਰ ਗੁਰ ਪੀਰਾਂ ਕੀ ਚਾਕਰੀ ਗੁਰ ਪੀਰਾਂ ਕੀ ਚਾਕਰੀ ਗੁਰ ਪੀਰਾਂ ਕੀ ਚਾਕਰੀ ਗੁਰ ਪੀਰਾਂ ਕੀ ਚਾਕਰੀ ਕਰੜੀ ਸੁਖ ਸਾਰ ਮਹਾਂ ਕਰੜੀ ਸੁਖ ਸਾਰ ਮਹਾਂ ਕਰੜੀ ਸੁਖ ਸਾਰ ਮਹਾਂ ਕਰੜੀ ਸੁਖ ਸਾਰ ਪੀਰਾਂ ਕੀ ਚਾਕਰੀ ਗੁਰ ਪੀਰਾਂ ਕੀ ਚਾਕਰੀ ਗੁਰ ਪੀਰਾਂ ਕੀ ਚਾਕਰੀ ਗੁਰ ਪੀਰਾਂ ਕੀ ਚਾਕਰੀ ਸੱਚੇ ਪਾਤਸ਼ਾਹ ਦੀ ਸੇਵਾ ਬੜੀ ਔਖੀ ਹੈ, ਬੜੀ ਕਠਿਨ ਹੈ। ਸਾਧ ਸੰਗਤ ਆਪਾਂ ਦਾ ਕਰ ਸਕਦੀ, ਜਿਨ੍ਹਾਂ ਨੇ ਸੇਵਾ ਕੀਤੀ ਹੈ ਉਹਨਾਂ ਨੂੰ ਸਭ ਕੁਝ ਗਵਾਉਣਾ ਪਿਆ, ਪਰਿਵਾਰ ਨਾਲੋਂ ਟੁੱਟਣਾ ਪਿਆ, ਰਿਸ਼ਤੇਦਾਰ ਛੱਡਣੇ ਪਏ, ਘਰ-ਬਾਰ ਛੱਡਣਾ ਪਿਆ, ਠੋਕਰਾਂ ਖਾਣੀਆਂ ਪਈਆਂ। ਤੋ ਇਸ ਕਰਕੇ ਦਰ ਦਰ ਜਾ ਕੇ ਭਿਖਿਆ ਮੰਗਣੀ, ਬੋਲ ਕਬੋਲ ਵੀ ਸਹਿਣਾ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਿਆਰ ਦੇ ਵਿੱਚ ਗੁਰੂ ਅੰਗਦ ਸਾਹਿਬ ਜੀ ਨੇ 9 ਸਾਲ ਦੇ ਕਰੀਬ ਕਰਤਾਰਪੁਰ ਸੇਵਾ ਨਿਭਾਈ, ਬੜੀ ਕਠਿਨ ਸੇਵਾ। ਪਤਾ ਹੀ ਨਹੀਂ ਸੀ ਹੁੰਦਾ ਰਾਤ ਆ ਕੇ ਦਿਨ। ਰਾਤ ਦੇ 12 ਵਜੇ ਅਤੇ ਮਹਾਰਾਜ ਸਾਹਿਬ ਕਹਿੰਦੇ ਚਾਦਰਾਂ ਧੋ ਕੇ ਲਿਆਓ। ਬਾਬਾ ਸ਼੍ਰੀ ਚੰਦ, ਬਾਬਾ ਲਖਮੀ ਦਾਸ ਹੋਰ ਗੁਰੂ ਕੇ ਸਿੱਖਾਂ ਨੂੰ ਆਖਿਆ, ਕਹਿੰਦੇ ਮਹਾਰਾਜ ਹਨੇਰਾ ਹੀ ਬੜਾ ਤੇ ਸਵੇਰ ਨਹੀਂ ਚੜ੍ਹਨੀ, ਸਵੇਰੇ ਧੋ ਲਾਂਗੇ ਤੇ ਹੁਣ ਇਹਦੇ ਜਾਣਾ ਤੁਸੀਂ ਕਿਤੇ। ਤੇ ਜਦੋਂ ਬਾਬਾ ਲਹਿਣਾ ਜੀ ਨੂੰ ਇਸ਼ਾਰਾ ਕੀਤਾ, ਕਹਿੰਦੇ ਮਰਦਾਨੇ ਵਾਹਿਗੁਰੂ ਰੱਬ ਦੇ ਪਿਆਰੇ ਭਾਈ ਸਾਹਿਬ ਜੀ ਸੇਵਾ ਵਿੱਚ ਜੁਟੇ, ਬਾਬਾ ਲਹਿਣਾ ਜੀ ਜਾਓ ਧੋ ਕੇ ਲਿਆਓ। ਤੇ ਉਸ ਵੇਲੇ 7 ਵਜਨ ਕਹਿ ਕੇ ਨਾਲ ਹੀ ਮਹਾਰਾਜ ਕਹਿੰਦੇ ਕਿੰਨੀ ਕੁ ਰਾਤ ਬੀਤ ਗਈ ਆ। ਜਾਣ ਕੇ ਕਹਿੰਦੇ ਮਹਾਰਾਜ ਜਿੰਨੀ ਤੇਰੇ ਭਾਣੇ 'ਚ ਬੀਤ ਗਈ ਆ, ਜਿੰਨੀ ਤੇਰੇ ਭਾਣੇ 'ਚ ਓਨੀ ਬਾਕੀ ਆ। ਹੁਕਮ ਕੀ ਆ? ਹੁਕਮ ਮੰਨਣੇ ਕਿਤੇ ਸੌਖੇ, ਅਸੀਂ ਕਹਿੰਦੇ ਸਾਡਾ ਹੁਕਮ ਚੱਲੇ। ਮੈਂ ਵੀ ਵਿੱਚ ਹਰ ਬੰਦਾ ਕਹਿੰਦਾ ਜੋ ਮੈਂ ਮੂੰਹ 'ਚੋਂ ਕਹਾਂ ਉਹ ਹੋਵੇ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਤੂੰ ਮੇਰੀ ਚਾਕਰੀ ਨਹੀਂ ਕਰ ਸਕਦਾ, ਚਾਕਰ ਬਣਨ ਵਾਸਤੇ ਗਵਾਉਣਾ ਪੈਣਾ ਸਭ ਕੁਝ, ਮੈਂ ਛੱਡਣੀ ਪੈਣੀ ਹੈ। ਜੋ ਵੀ ਉਹ ਕਰਦਾ ਉਹਨੂੰ 7 ਵਜਨ ਕਹਿਣਾ, ਜੋ ਤੁਧ ਭਾਵੈ ਸਾਈ ਭਲੀ ਕਾਰ। ਇਸ ਕਰਕੇ ਪ੍ਰਸੰਗ ਬੜਾ ਸੁੰਦਰ ਹੈ। ਮਹਾਰਾਜ ਜੀ ਸੱਚੇ ਪਾਤਸ਼ਾਹ ਭਾਈ ਲਾਲੋ ਜੀ ਕੋ 5 ਰਾਤਾਂ ਰਹੇ। ਜਿਹੜਾ 1 ਮਹੀਨੇ ਦਾ ਬਚਨ ਹੋਇਆ ਸੀ ਮਹਾਰਾਜ ਜੀ ਦਾ, ਲਾਲੋ ਤੇਰੇ ਕੋ ਪੂਰੇ 30 ਦਿਨ ਰਵਾਂਗੇ। 25 ਦਿਨ ਪਹਿਲਾਂ ਰਹੇ ਹਜੂਰ ਪਾਤਸ਼ਾਹ ਜੀ, ਫਿਰ ਬਾਅਦ ਰਾਏ ਭੋਏ ਦੀ ਤਲਵੰਡੀ ਰਾਏ ਬੁਲਾਰ ਜੀ ਬੁਲਾ ਰਹੇ। ਉਹਨਾਂ ਨੇ ਅਰਦਾਸਾਂ ਕੀਤੀਆਂ ਦਿਨੇ ਰਾਤ ਕਿ ਸਤਿਗੁਰੂ ਆ ਜਾਓ। ਫਿਰ ਮਹਾਰਾਜ ਜੀ ਕਹਿੰਦੇ ਲੱਲੋ ਹੁਣ ਤੇਰੀਆਂ 5 ਰਾਤਾਂ ਧਾਰੀਆਂ।
ਬਾਅਦ ਵਿੱਚ ਪੂਰੀਆਂ ਕਰਕੇ ਜਾਵਾਂਗੇ। ਉਹ ਫਿਰ ਮਹਾਰਾਜ ਜੀ ਨੇ ਪੂਰੀਆਂ ਕੀਤੀਆਂ। ਇਹ ਫਿਰ ਲਾਲੂ ਨੂੰ ਕਹਿੰਦੇ, ਚੰਗਾ ਲਾਲੂ ਤੂੰ ਵਸਦਾ ਭਲਾ, ਅਸੀਂ ਚੱਲਦੇ ਭਲੇ। ਲਾਲੂ ਕਹਿੰਦਾ, ਮਹਾਰਾਜ ਚਲੋ ਜਿੱਥੋਂ ਤਾਈਂ ਚੱਲਦੀ ਮੈਂ ਨਾਲ ਹੀ ਚੱਲਦਾ। ਮਹਾਰਾਜ ਜੀ ਕਹਿੰਦੇ, ਤੂੰ ਕਿੰਨਾ ਕੁ ਤੁਰੇਂਗਾ, ਜਾ ਮੁੜ ਜਾ। ਕਹਿੰਦੇ, ਜਿੱਥੋਂ ਤੱਕ ਭਾਵਨਾ ਸੀ ਸਰੀਰ ਨੇ ਸਾਥ ਦਿੱਤਾ। ਮਹਾਰਾਜ ਜੀ ਖੇਡਾਂ ਖੇਡਦੇ, ਜਿੰਨਾ ਕੁ ਪਿਆਰ ਸੀ ਉਹਨਾਂ ਕੁ ਨਾਲ ਤੁਰਿਆ ਗਿਆ। ਫਿਰ ਮਹਾਰਾਜ ਨੇ ਆਪ ਵੀ ਖੇਡ ਵਰਤਾਈ। ਅੰਦਰ ਮਨ ਕਰਦਾ ਵੀ ਹੁਣ ਰੁਕ ਜਾਵਾਂ। ਮਹਾਰਾਜ ਆਪ ਵੀ ਕਰਨ ਵਾਲੇ ਨਾ ਸਾਰਾ ਕੁਝ, ਆਪੇ ਹਰ ਇੱਕ ਰੰਗ ਹੈ। ਹੁਕਮ ਮੰਨਣਾ ਸਿੱਖ ਲਓ। ਆਪਾਂ ਹੁਕਮ ਨਹੀਂ ਮੰਨਦੇ, ਆਪਾਂ ਜਿੱਦ ਕਰਦੇ ਹਾਂ ਨਾ। ਜਿੱਦ ਕਰੋਗੇ ਤੇ ਦੁਖੀ ਹੋਵੋਗੇ। ਗੁਰੂ ਗੋਬਿੰਦ ਸਿੰਘ ਤੋਂ ਥੋੜ੍ਹਾ ਵੱਡੇ ਆਪਾਂ। ਮਹਾਰਾਜ ਨੇ ਹੁਕਮ ਨਹੀਂ ਮੰਨਿਆ। ਜਦੋਂ ਮਹਾਰਾਜ ਕੋਲ ਮਖਮਲ ਦੇ ਗਲੀਚੇ ਸੀ, ਫੁੱਲਾਂ ਦੀ ਵਰਖਾ ਹੁੰਦੀ ਸੀ, ਸੋਨੇ ਦੇ ਚੌਰ, ਉਦੋਂ ਵੀ ਮਹਾਰਾਜ ਬਾਣੀ ਪੜ੍ਹਦੇ ਤੇ ਅੱਜ ਨਾ ਪੈਰਾਂ 'ਚ ਜੋੜਾ, ਨਾ ਘੋੜਾ, ਨਾ ਸਿਰ 'ਤੇ ਬਾਜ, ਨਾ ਤਾਜ। ਤੇ ਫਿਰ ਥੋੜ੍ਹਾ ਮਹਾਰਾਜ ਵੀ ਰੋਣ ਲੱਗ ਪਏ ਸੀ ਗੁਰੂ ਗੋਬਿੰਦ ਸਿੰਘ। ਮਹਾਰਾਜ ਕਹਿੰਦੇ ਸੀ, ਯਾਰੜੇ ਦਾਸਾਂ ਨੂੰ, ਹਾਂ ਮਹਾਰਾਜ ਇਹ ਵੀ ਤੇਰੀ ਕੋਈ ਰਜਾ ਹੀ ਹੈ, ਜਿੱਥੇ ਰੱਖੇਗਾ ਉੱਥੇ ਹੁਕਮ। ਗੁਰ ਪੀਰਾਂ ਕੀ ਚਾਕਰੀ, ਜੋ ਵੀ ਉਹ ਕਰਦਾ ਨਾ ਚੰਗਾ ਹੀ ਕਰਦਾ, ਬਸ ਤੇਰੇ ਵਾਸਤੇ ਵਧੀਆ ਹੀ ਹੋਊਗਾ। ਵਧੀਆ ਜੀ ਭਲਾ ਹੈ, ਹੁਕਮੈ ਅੰਦਰ ਸਭ ਕੋ, ਨਾਨਕ ਹੁਕਮੈ ਆਹੋ ਮੈਂ। ਜਿਹੜਾ ਬੰਦਾ ਹੁਕਮ ਬੁਝਦਾ, ਬੀਬੀ ਬੰਦਾ, ਉਹ ਮੈਂ ਨਹੀਂ ਕਹੂ। ਉਹ ਕਹੂਗਾ ਜੋ ਮਹਾਰਾਜ ਕਰਦਾ ਚੰਗਾ ਹੀ ਕਰਦਾ। ਹੁਕਮ ਮੰਨਣਾ। ਤੋ ਇਸ ਕਰਕੇ ਹੁਕਮ ਦੇ ਵਿੱਚ ਰਹਿਣਾ ਬੜਾ ਔਖਾ, ਕਿਉਂਕਿ ਜਿਹੜੇ ਰਹਿਣਾ ਸਿੱਖ ਲੈਂਦੇ ਫਿਰ ਉਹਨਾਂ ਨੂੰ ਮੰਜ਼ਿਲ ਵੀ ਮਿਲਦੀ ਆ। ਆਪਾਂ ਗੁੱਸੇ ਹੋ ਜਾਂਦੇ, ਆਪਾਂ ਕਹਿੰਦੇ ਮਹਾਰਾਜ ਆਹ ਚੀਜ਼ ਮੈਨੂੰ ਹੁਣੇ ਦਿਓ। ਮਹਾਰਾਜ ਕਹਿੰਦੇ ਨਹੀਂ ਦੇਣੀ। ਆਪਾਂ ਕਹਿਣਾ ਮੈਂ ਦੂਜੇ ਦਿਨ ਮੱਥਾ ਟੇਕਣੇ ਨਹੀਂ ਆਉਣਾ। ਤੋ ਇਸ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਹੁਕਮ ਮੰਨ ਕੇ ਲਾਲੋ ਜੀ ਪਿਛਾਂਹ ਪਰਤਾਏ। ਮੇਰੇ ਗੁਰੂ ਨਾਨਕ ਸਾਹਿਬ ਜੀ ਅਗਾਂਹ ਨੂੰ ਪਰਤ ਗਏ। ਚਲਦੇ ਚਲਦੇ ਰਸਤੇ ਦੇ ਵਿੱਚ ਦੋਹਰਾ ਸੁਦਾ ਲਗੀ ਵਿਆਕੁਲ ਭਇਓ, ਮਰਦਾਨਾ ਅਕੁਲਾਏ। ਮਹਾਰਾਜ ਜੀ ਨੇ ਲੀਲਾ ਵਰਤਾਈ। ਮਰਦਾਨੇ ਨੂੰ ਭੁੱਖ ਲਾਤੀ। ਕਹਿੰਦੇ ਮਰਦਾਨਾ ਜੀ ਨੂੰ ਡਾਢੀ ਭੁੱਖ ਲੱਗੀ ਤੇ ਵਿਆਕੁਲ ਹੋਇਆ, ਦੁਖੀ ਹੋਇਆ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ, ਗਰੀਬ ਨਵਾਜ਼ ਜੀ, ਪਿਤਾ ਜੀ, ਮਾਲਕ ਜੀ, ਮਹਾਰਾਜ ਕਹਿੰਦੇ ਦੱਸੋ ਜੀ। ਸਮਿਤ ਹੇਤ ਕਾਰਨ ਕਰਨ, ਤਿਹ ਔਰ ਭੂਖ ਲਗਾਏ। ਮਹਾਰਾਜ ਨੂੰ ਕਹਿੰਦੇ ਮਹਾਰਾਜ ਭੁੱਖ ਲੱਗ ਗਈ ਆ। ਮਹਾਰਾਜ ਕਹਿੰਦੇ ਕੀ ਕਰੀਏ? ਕਹਿੰਦੇ ਛਕਾਓ ਕੁਝ। ਅਸਲ 'ਚ ਕਵੀ ਰਾਜ ਜੀ ਕਹਿੰਦੇ ਮਹਾਰਾਜ ਦੇ ਹੱਥ 'ਚ ਹੀ ਆ। ਰਜਾਉਂਦਾ ਵੀ ਉਹ ਆ ਤੇ ਭੁੱਖ ਵੀ ਉਹੀ ਲਾਉਂਦਾ ਹੈ। ਜਿਹਨੂੰ ਜੀ ਕਰੇ ਉਹਨੂੰ ਪ੍ਰਸੰਨ ਕਰ ਦਿੰਦਾ, ਜਿਹਨੂੰ ਜੀ ਕਰੇ ਉਹਨੂੰ ਇੱਦਾਂ ਦੀ ਭੁੱਖ ਲਾਉਂਦਾ, ਉਹ ਮਰਦੇ ਦਮ ਤੱਕ ਉਹਦੀ ਭੁੱਖ ਹੀ ਨਹੀਂ ਜਾਂਦੀ। ਜਿੱਦਾਂ ਮਹਾਰਾਜ ਕਹਿੰਦੇ ਤ੍ਰਿਸ਼ਨਾ ਵੱਡਾ ਰੋਗ। ਇਹ ਰੋਗ ਏਡਾ ਵੱਡਾ, ਇਹਦਾ ਇਲਾਜ ਨਹੀਂ ਦੁਨੀਆ 'ਚ ਤ੍ਰਿਸ਼ਨਾ ਦਾ। ਤੇ ਕਦੋਂ ਰੋਗ ਖਤਮ ਹੁੰਦਾ? ਮਹਾਰਾਜ ਕਹਿੰਦੇ ਜਦੋਂ ਬੰਦੇ ਦੀ ਮੌਤ ਹੋਏ। ਮਰਨ ਮਨੋ ਵਿਸਾਰੇ, ਵੇਦਾਂ ਮੈਂ ਨਾਮ ਉਤਮ ਸੋ ਸੁਣਿਆ ਨਾਹੀ। ਕਹਿੰਦੇ ਜਿਹੜੀ ਚੀਜ਼ ਉੱਤਮ ਸੀ ਉਹ ਤੇ ਸੁਣੀ ਨਹੀਂ। ਨਾਮ ਸੀ ਉੱਤਮ, ਨਾ ਜਪਿਆ ਤੇ ਨਾ। ਤੁਸੀਂ ਤਾਂ ਪਤਾ ਨਹੀਂ ਕਿੱਦਾਂ ਤੁਹਾਡੇ ਭਾਗ ਜਾਗੇ ਨੇ। ਤੇ ਕਈ ਵੇਖਿਆ ਨਾ, ਉਹ ਕਿਤੇ ਕਥਾ ਕੀਰਤਨ 'ਚ ਰਿਸ਼ਤੇਦਾਰੀ 'ਚ ਫਸ ਜਾਣਗੇ ਤੇ ਉਹ ਇੱਦਾਂ ਦਾਲੇ ਵੇਖਣਗੇ ਜਿਵੇਂ ਨਾ ਬੰਨ੍ਹ ਕੇ ਭਾਇਆ ਹੁੰਦਾ, ਵੀ ਭੱਜਣ ਨੂੰ ਰਾਹ ਨਹੀਂ ਨਾ ਲੱਭਦਾ ਕਿ ਕਿਹੜੇ ਬੰਦੇ ਨੂੰ ਭੱਜਣਾ। ਤੇ ਉਹ ਕਹਿੰਦੇ ਬੜੇ ਕਸੂਤੇ ਫਸ ਗਏ ਆ, ਇਹ ਕਿੱਥੇ ਆਣ ਬੈਠੇ ਆ ਸਾਰੇ, ਤੇ ਅੱਖਾਂ ਮੀਟ ਕੇ ਬੈਠੇ। ਤੇ ਮੇਰੇ ਜੀ ਨੂੰ ਕੁਝ ਹੁੰਦਾ ਵੀ ਮੈਂ ਉੱਠ ਕੇ ਜਾਵਾਂ। ਲਾਗੇ ਵਾਲਾ ਕਹਿੰਦਾ ਦੂਜੇ ਬੈਠੇ ਤੂੰ ਹੀ ਬਹਿ ਜਾ ਯਾਰ, ਚੰਗੇ ਨਹੀਂ ਲੱਗੀਦਾ, ਰਿਸ਼ਤੇਦਾਰੀ ਆ। ਕਈ ਫਿਰ ਫਸ ਜਾਂਦੇ ਆ ਜਿਨ੍ਹਾਂ ਦਾ ਨਹੀਂ ਪਿਆਰ ਹੁੰਦਾ, ਉਹ ਤੇ ਉਹ ਫਿਰ 25-30 ਮਿੰਟ ਹੋਏ ਰੋ ਰੋ ਕੇ ਕੱਢਦੇ ਆ। ਕਿਉਂਕਿ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਦੇ ਮਾਲਕ ਨੇ, ਦਇਆ ਦੇ ਦਾਤੇ ਸਤਿਗੁਰੂ ਖੇਡ ਵਰਤਾ ਦਿੱਤੀ। ਸਵਈਆ ਭੂਰ ਸੁਦਾ ਕਿਜ ਹੈ, ਮਨ ਮੈਂ ਕਛ ਭਾਖਤ ਨਾ ਮੁਕਤੇ ਮਰਦਾਨਾ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਬੁਲਾਉਂਦੇ ਆ, ਮਰਦਾਨਿਆਂ ਕੀ ਹਾਲ ਹੈ? ਤੇ ਮਰਦਾਨਾ ਕਹਿੰਦੇ ਖਿਜਿਆ ਪਿਆ ਭੁੱਖ ਨਾਲ। ਸਤਨਾਮ। ਜਿੱਦਾਂ ਆਪਾਂ ਕਿਸੇ ਨੂੰ ਲੰਮੇ ਸਫ਼ਰ 'ਤੇ ਚੱਲ ਜਾਈਏ ਨਾ, ਤੇ ਕਿਸੇ ਨੂੰ ਭੁੱਖ ਲੱਗੀ ਹੋਈ ਤੇ ਆਪਾਂ ਕਹਿਣਾ ਨਹੀਂ ਅਗਲੇ ਢਾਬੇ 'ਤੇ,
ਉਹ ਕਹੂ ਰੋਕ ਲਾ, ਨਹੀਂ ਇਦੋਂ ਅੱਗੇ ਜਾ ਕੇ ਹੁਣ ਜਿਹੜਾ ਸਬਰ ਸੰਤੋਖ ਵਾਲਾ ਉਹਨੇ ਤੇ ਕਹਿਣਾ ਕੋਈ ਨਹੀਂ, ਦੂਜਾ ਕਹਿੰਦਾ ਮੈਨੂੰ ਤਾਰ ਦੇ, ਮਾਰਤਾ ਭੁੱਖੇ ਸਵੇਰ ਦਾ। ਤੂੰ ਮਾਰੇ ਕਿਹਦੇ ਮਰਦਾਨਿਆ, ਕੀ ਹਾਲ ਹੈ? ਤੇ ਮਰਦਾਨਾ ਖਿੱਚ ਗਿਆ। 3 ਰਾਤਾਂ ਤੇ 3 ਦਿਨ ਹੋ ਗਏ ਪ੍ਰਸ਼ਾਦੇ ਦਾ ਮੂੰਹ ਵੇਖੇ। ਤੇ ਆਪਾਂ ਹੱਸਦੇ ਸਗੋਂ ਕਥਾ ਸੁਣ ਕੇ, 3 ਟਾਈਮ ਖਾਂਦੇ ਆ, ਆਖੋ ਸਤਿਨਾਮ। ਆ ਤੁਹਾਨੂੰ 3 ਕੁ ਦਿਨ ਰਿਓ ਭੁੱਖੇ ਭਲਾ, ਜੇ ਰਾਤ ਨੂੰ ਨਾ ਫਰਿੱਜਾਂ ਤੋੜ ਕੇ ਲੋਕ ਤੇ ਭੰਨਤੀਆਂ, ਭਾਵੇਂ ਨਹੀਂ ਰੋਟੀ ਪਕਾਉਣੀ ਆਉਂਦੀ ਤਾਂ ਵੀ ਆਟੇ 'ਚ ਪਾਣੀ ਪਾਈ ਫਿਰਨਾ, ਵੇਖ ਲਿਓ। ਭਾਵੇਂ ਨਾ ਹੀ ਪਕਾਉਣੀ ਆਵੇ, ਢਿੱਡ ਇੰਨੀ ਬਲਾ ਚੀਜ਼ ਹੈ। ਕਹਿੰਦੇ ਮਰੀਦਾ ਭੁੱਖ ਬੁਰੀ, ਰਾਤੀ ਖਾਧੀਆਂ 5-7 ਤੇ ਸਵੇਰੇ ਤੜਕੇ ਖੋ ਪੈਂਦੀ ਕਿ ਨਹੀਂ, ਕਿਤੇ ਨਾਮ ਦੀ ਵੀ ਪੈ ਜੇ ਕਿ ਰਾਤ ਨੂੰ ਸੋਹਿਲਾ ਸਾਹਿਬ ਰਹਿ ਰਾਜ ਸਾਹਿਬ 25-30 ਮਿੰਟ ਅਭਿਆਸ ਕੀਤਾ, ਸਵੇਰੇ ਉੱਠਦਿਆਂ ਭੁੱਖ ਲੱਗੀ, ਉਹ ਜਪਜੀ ਸਾਹਿਬ ਸ਼ੁਰੂ ਕਰ ਲਿਆ। ਇਹ ਭੁੱਖ ਜਿਹੜੀ ਹੈ ਵਿਰਲਿਆਂ ਨੂੰ ਲੱਗਦੀ ਹੈ। ਥੋੜੇ ਹਨ ਉਸ ਬਹੀਨ ਸਰੀਰ ਅਧੀਨ, ਭਇਓ ਸਿਥਲੰ ਹਿਰਦੈ ਦੁਖ ਮਾਨਾ। ਕਹਿੰਦੇ ਪ੍ਰਸ਼ਾਦੇ ਤੋਂ ਬਿਨਾਂ ਸਰੀਰ ਕਮਜ਼ੋਰ ਹੋ ਗਿਆ ਹੈ, ਹਿਰਦੇ ਦੇ ਵਿੱਚ ਬੜਾ ਦੁੱਖ ਪੈਦਾ ਹੋਇਆ ਹੈ। ਦੁੱਖ ਤੇ ਆਪੇ ਹੁੰਦਾ ਜਦੋਂ ਭੁੱਖ ਲੱਗੀ ਹੋਵੇ ਤੇ ਪ੍ਰਸ਼ਾਦਾ ਨਾ ਮਿਲੇ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਦੇ ਮਾਲਕ ਨੇ ਪ੍ਰਸ਼ਾਦੇ ਦੀ ਕੀ ਖੇਡ ਹੁੰਦੀ ਹੈ। ਇੱਕ ਸਾਡੇ ਸਿੰਘ ਨੂੰ ਕੋਈ ਪੁੱਛੇ ਵੀ ਪ੍ਰਸ਼ਾਦੇ ਦੀ ਖੇਡ ਕੀ ਆ, ਕੋ ਸਤਿਨਾਮ। ਉਹਨੇ ਪ੍ਰਸ਼ਾਦਾ ਨਹੀਂ ਕਿਸੇ ਨੂੰ ਸਹੀ ਤਰੀਕੇ ਨਾਲ ਸਿਖਾਇਆ ਤੇ ਹੁਣ ਵਿਚਾਰਾ ਬਿੰਤਾ ਕਰਦਾ ਫਿਰਦਾ। ਅਗਲੇ ਕਹਿੰਦੇ ਨਾ ਭਾਊ ਤੈਨੂੰ ਨਹੀਂ ਛੱਡਣਾ, ਕਹਿੰਦਾ ਮਿੰਤ ਨਹੀਂ ਮਾਫ ਕਰ ਦਿਓ। 4-5 ਵਾਰੀ ਬੰਦੇ ਲੈ ਕੇ ਗਿਆ, ਕਹਿੰਦੇ ਗਲਤੀ ਹੋ ਗਈ, ਕਹਿੰਦੇ ਨਾ ਪ੍ਰਸ਼ਾਦਾ ਨਹੀਂ ਮਿਲਿਆ, ਇਹ ਤੇਰੇ ਵਿੱਚੋਂ ਕੱਢਣਾ। ਇਸ ਕਰਕੇ ਇਹ ਖੇਡ ਆ ਨਾ, ਉਹਨੇ ਗਾਇਆ ਵੀ, ਇੱਕ ਕਲਾਕਾਰ ਨੇ ਵੀ, ਭੱਜੀ ਫਿਰਦੀ ਰੋਟੀ ਦੇ ਮਗਰ ਦੁਨੀਆ, ਸੁਬਾਹ ਸਵੇਰ ਸ਼ਾਮ ਰੋਟੀ ਖਾਣ ਲੱਗਾ ਬੰਦਾ ਕਰੇ ਨਖਰੇ, ਬੋਲਦੇ ਨਹੀਂ ਜੇ ਆ ਕਈ ਬਹੁਤ ਰੋਟੀ ਦੀ ਬੇਇੱਜ਼ਤੀ ਕਰਦੇ, ਲੂਣ ਘੱਟ ਆ, ਕੱਚੀ ਆ, ਚਾਰ ਲਿਆਓ, ਮਿਰਚਾਂ ਫਲਾ ਮਾਰੇ। ਕਹਿੰਦੇ ਛਕਲਾ ਇੱਕ ਦਿਨ ਉਹ ਵੀ ਹੋਣਾ ਜਦੋਂ ਕੂੜੇ ਚੋਂ ਫਰੋਲ ਕੇ ਲੱਭੇਗਾ ਤਾਂ ਵੀ ਨਹੀਂ ਲੱਭਣੀ। ਰੋਟੀ ਬਦਲੇ ਕੋਈ ਇਟਲੀ ਬੈਠਾ, ਕੋਈ ਜਰਮਨ ਬੈਠਾ, ਕੋਈ ਇੰਗਲੈਂਡ ਬੈਠਾ, ਖਾਣੀ ਤਾਂ ਆਟੇ ਦੀ, ਕਿਹੜਾ ਸੋਨੇ ਦੀ ਖਾਣੀ। ਮੈਨੂੰ ਤਾਂ ਲੱਗਦਾ ਨਹੀਂ ਵੀ ਆਪਾਂ ਕਹਿੰਦੇ ਵਿਦੇਸ਼ਾਂ ਵਿੱਚ ਡਿਵੈਲਪਮੈਂਟ ਹੋ ਗਈ। ਕਾਹਦੀ ਡਿਵੈਲਪਮੈਂਟ ਹੈ? ਪ੍ਰਸ਼ਾਦਾ ਉੱਥੇ ਵੇਖਣ ਨੂੰ ਨਹੀਂ ਲੱਭਦਾ, ਪਿਆਰ ਉੱਥੇ ਵੇਖਣ ਨੂੰ ਨਹੀਂ ਲੱਭਦਾ, ਕੱਪੜੇ ਉੱਥੇ ਵੇਖਣ ਨੂੰ ਨਹੀਂ ਲੱਭਦੇ। ਸਗੋਂ ਆਪਾਂ ਭਾਵੇਂ ਕਰਜ਼ਾਈ ਹਾਂ, ਆਪਣੇ ਸਾਰਾ ਪੰਜਾਬ ਜਿਹੜਾ ਇਹ ਪਤਤ ਹੋ ਗਿਆ, ਗੰਦਲਾ ਹੋ ਗਿਆ, ਪਰ ਫਿਰ ਵੀ ਇੱਥੇ ਪ੍ਰਸ਼ਾਦਾ ਵੀ ਸੋਹਣਾ, ਕੱਪੜੇ ਵੀ ਸਾਰੇ ਸੋਹਣੇ ਪਾਉਂਦੇ, ਘਰ ਬੂਹੇ ਵੀ ਸੋਹਣੇ ਆ। ਬਾਹਰ 100 ਦੇ ਵਿੱਚੋਂ 75 ਰੈਂਟ 'ਤੇ ਰਹਿੰਦੇ ਆ, ਪ੍ਰਸ਼ਾਦੇ ਦਾ ਮੂੰਹ ਨਹੀਂ ਵੇਖਦੇ। ਅਤੇ ਉਹੋ ਹੀ ਵਰਦੀ ਹੁੰਦੀ ਆ, ਉਹੋ ਨਿੱਕਰ ਬਲੈਣ ਹੁੰਦੀ, ਨਾਈਟ ਵਾਲੀ ਅਤੇ ਵਾਈਟ ਵਾਲੀ। ਆਖੋ ਸਤਿਨਾਮ। ਖੇਡ ਕਾਹਦੀ? ਰੋਟੀ ਦੀ। ਸਭ ਰੋਟੀ ਭਜਾਈ ਫਿਰਦੀ ਹੈ, ਰੋਟੀ ਨੇ ਚੱਕਰ 'ਚ ਪਾਈ ਦੁਨੀਆ। ਇਸ ਰੋਟੀ ਦੀ ਖੇਡ ਹੈ। ਢਿੱਡ ਜਿਹੜਾ ਹੈ ਇਹ ਹਸਾਉਂਦਾ ਹੀ ਅਤੇ ਇਹੋ ਹੀ ਰਵਾਉਂਦਾ ਹੀ, ਇਹੋ ਹੀ ਵਿਛੋੜਦਾ ਅਤੇ ਇਹੋ ਹੀ ਹੈ। ਕਈਆਂ ਦੇ ਕਿੰਨੀ ਦੂਰ ਬੈਠੇ, ਪਤਾ ਘੜੀ ਦਾ ਨਹੀਂ। ਰੋਟੀਆਂ ਬਦਲੇ, ਰੋਟੀ ਚੰਗੀ ਲੱਭਦਾ ਬੰਦਾ ਨਾ ਕਈ ਵਾਰੀ ਮਾੜੀ ਤੋਂ ਵੀ ਜਾਂਦਾ ਹੀ। ਕਈਆਂ ਨੇ ਇੱਦਾਂ ਹੋਇਆ, ਉਹ ਕਹਿੰਦੇ ਨਾ ਕਹਾਵਤ ਤਾਂ ਬਹੁਤੀ ਨੂੰ ਪਈ ਥੋੜੇ ਤੋਂ ਗਈ। ਕਈ ਇੱਦਾਂ ਹੀ ਹੋਇਆ, ਬਹੁਤੀ ਤਾਂ ਮਿਲੀ ਨਹੀਂ, ਜਿਹੜੀ ਆਪਦੀ ਪੱਕਦੀ ਉਹ ਵੀ ਗਵਾ ਲਈ। ਤੋ ਇਸ ਕਰਕੇ ਭਾਈ ਮਰਦਾਨਾ ਜੀ ਨੂੰ ਮਹਾਰਾਜ ਕਹਿੰਦੇ ਬੋਲਦਾ ਨਹੀਂ ਹੈ, ਹਿਰਦਾ ਦੁਖੀ ਹੈ ਭਾਈ ਸਾਹਿਬ ਦਾ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਬੋਲਿਆ ਨਹੀਂ ਜਾਂਦਾ। ਸੰਗਤ ਕਿਉਂ ਨਿਭੈ ਇਨ ਕੀ, ਮੁਖ ਖਾਤ ਆਹਾਰ ਨ ਪਾਏ ਨ ਪਾਨਾ। ਉਸ ਵੇਲੇ ਮਹਾਰਾਜ ਕਹਿੰਦੇ ਕੁਝ ਤੇ ਬੋਲ, ਕੁਝ ਤੇ ਬੋਲ। ਫਿਰ ਤਰੀਕੇ ਜੇ ਨਾ ਕਹਿੰਦਾ ਬਾਬਾ ਨਾਨਕਾ, ਜੇ ਮੈਂ ਜਿਉਂਦਾ ਰਹੂੰਗਾ ਤੇ ਫੇਰ ਹੀ ਤੇਰੀ ਰਬਾਬ ਜਾਊਂਗਾ ਹੈ। ਜੇ ਮੈਂ ਜਿਉਂਦਾ ਰਵਾਂਗਾ ਤੇ ਤੇਰਾ ਸਾਥ ਨਿਭਾਵਾਂਗਾ। ਹਉ ਇਹ ਬਾਤ ਮਰੋਂ ਕਿਹ ਥਾਨ, ਬਿਹੀਨ ਆਹਾਰ ਰਹਿ ਉਦਿਆਨਾ। ਮਹਾਰਾਜ ਕਹਿੰਦੇ ਤੈਨੂੰ ਕੁਝ ਹੋਣ ਲੱਗਾ। ਕਹਿੰਦੇ ਬਾਬਾ ਜਿੱਦਾਂ 3 ਰਾਤਾਂ 3 ਦਿਨ ਹੋ ਗਏ, ਨਾ ਪਾਣੀ ਪੀਣ ਦਿੰਦਾ, ਨਾ ਰੋਟੀ ਖਾਣ ਦਿੰਦਾ ਏ। ਮੈਨੂੰ ਲੱਗਦਾ ਮੇਰਾ ਸਰੀਰ ਕਿਸੇ ਜੰਗਲ ਦੀ ਨੁੱਕਰ 'ਚ ਪਿਆ ਰਹਿਣਾ, ਮੈਂ ਮਰ ਜਾਣਾ ਵਾ ਤੇ ਫਿਰ ਤੇਰੀ ਰਬਾਬ ਕਿੰਨੇ ਵਜਾਉਣੀ ਹੈ। ਭੂਖੇ ਭਗਤ ਨਾ ਕੀਜੈ
ਜੈ ਮਾਲਾ ਆਪਣੀ ਲੀਜੈ। ਭਗਤਾਂ ਨੇ ਸਿੱਧਾ ਹੀ ਕਹਿਦਾ, ਕਹਿੰਦੇ ਆ ਪਈ ਤੇਰੀ ਮਾਲਾ, ਜਾਂ ਤਾਂ ਰੱਜ ਕੇ ਰੋਟੀ ਦੇ ਦੇ ਫਿਰ ਜਪੂੰਗਾ, ਇਹ ਮੈਂ ਨਹੀਂ ਜਪਣਾ। ਇਸੇ ਤਰ੍ਹਾਂ ਆਪਾਂ ਜਦੋਂ ਮਾਰੇ ਅਰਦਾਸ ਬੇਨਤੀ ਸੁਣ ਲਈ, ਚੰਗਾ ਗੱਫਾ ਗੁੱਫਾ ਮਿਲ ਜੇ ਤੇ ਫੇਰ ਹੀ ਬੰਦਾ ਰਮਾਲਾ ਲੈ ਕੇ ਦੇਗ ਲੈ ਕੇ ਹੱਸਦਾ ਆਉਂਦਾ। ਤੇ ਜੇ ਨਾ ਕੰਮ ਸਬੂਤ ਆਵੇ, ਕਹਿੰਦਾ ਗੁਰਦੁਆਰੇ ਨੂੰ ਤਾਂ ਵੇਖਣ ਨੂੰ ਜੀ ਨਹੀਂ ਕਰਦਾ। ਇੱਦਾਂ ਹੀ ਹੈ ਬਹੁਤਿਆਂ ਦਾ ਹਾਲ। ਕਾਮ ਪਰੇ ਹਰ ਸਿਮਰੀਐ ਐਸਾ ਸਿਮਰੋ ਨਿਤ। ਤੋ ਭਗਤ ਜੀ ਨੇ ਵੀ ਆਖਿਆ ਵੀ ਭੂਖੇ ਭਗਤ ਨਾ ਕੀਜੈ, ਜੈ ਮਾਲਾ ਆਪਣੀ ਲੀਜੈ। ਕਹਿਣ ਦੀਆਂ ਗੱਲਾਂ ਨੇ ਤੇ ਵਿਰਲੇ ਆ ਜਿਹੜੇ ਨਿਰਲੇਪ ਹੋ ਗਏ, ਨਹੀਂ ਤੇ ਚਿਹਰੇ ਤੇ ਨੂਰ ਹੀ ਉਦੋਂ ਆਉਂਦਾ ਜਦੋਂ ਢੇਰੀ ਲੱਗੀ ਹੋਵੇ। ਆਖੋ ਸਤ ਅਗਲੇ ਬੰਦੇ ਢੇਰੀ ਲੱਗੀ ਹੋਵੇ ਨਾ, ਤੇ ਕੀਰਤਨ ਵਾਲਾ ਕਥਾ ਵਾਲਾ ਰਾਗੀ ਢਾਡੀ ਸਗੋਂ ਖਾਸਾ ਗੱਲਾਂ ਸੁਣਾਊ, ਉਹਦੇ ਚਿਹਰੇ ਤੇ ਰੌਣਕ ਆਊ। ਤੇ ਜਦੋਂ ਕਿਤੇ ਮਹਾਂਪੁਰਖਾਂ ਨੇ ਫ੍ਰੀ 'ਚ ਸਮਾਗਮ ਰੱਖਿਆ ਵੀ ਕੋਈ ਭੇਟਾ ਨਹੀਂ, ਉਦੋਂ ਵਾਜਿਆ ਵੀ ਇੱਦਾਂ ਵਗਦਾ ਹੁੰਦਾ ਵੀ ਹੁਣ ਵੀ ਗਿਆ ਤੇ ਹੁਣ ਵੀ ਗਿਆ। ਉਦੋਂ ਤੇ ਐਂ ਲੱਗਦਾ ਬਸ ਪ੍ਰਾਣ ਹੀ ਹੈ ਨਹੀਂ ਆ, ਕੋਈ ਸੁਰ ਨਹੀਂ ਲੱਗਦੀ। ਮਰਦਾਨਾ ਕਹਿੰਦਾ ਬਾਬਾ ਜਿਉਂਦਾ ਰਵਾਂਗਾ ਤੇ ਰੱਬ ਦੇ ਗੀਤ ਗਾਵਾਂਗਾ। ਤੂੰ ਪ੍ਰਸ਼ਾਦਾ ਕੋ ਨਹੀਂ ਦਿੱਤਾ, ਪਾਣੀ ਕੋ ਨਹੀਂ ਪਿਆਇਆ, ਤੇ ਮੈਨੂੰ ਲੱਗਦਾ ਮੈਂ ਮਰ ਜਾਵਾਂਗਾ। ਸ਼੍ਰੀ ਗੁਰ ਜੀ ਤੇ ਅੰਤਰ ਕੀ ਗਤ, ਜਾਣਨ ਹਰ ਸਭੈ ਵਿਦ ਜਾਨਾ। ਕਹਿੰਦੇ ਗੁਰੂ ਨਾਨਕ ਸਾਹਿਬ ਅੰਦਰ ਦੀਆਂ ਗੱਲਾਂ ਜਾਣਦੇ ਆ, ਅੰਦਰ ਦੀਆਂ। ਤੇ ਮਹਾਰਾਜ ਸਾਹਿਬ ਦੀ ਸਾਰੀ ਹਾਲਤ ਜਾਣਦੇ ਆ, ਕਿਉਂਕਿ ਮਹਿਸੂਸ ਗੁਰੂ ਤੋਂ ਛੁਪਿਆ। ਉਹਨੂੰ ਨਹੀਂ ਪਤਾ ਵੀ ਤੁਹਾਨੂੰ ਕੀ ਚਾਹੀਦਾ ਕੀ ਨਹੀਂ। ਸਭ ਕੁਝ ਦਊਗਾ ਸੰਤਾਂ ਕੇ ਕਾਰਜ, ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ। ਕਹਿੰਦੇ ਚਿੰਤਾ ਨਾ ਕਰਿਆ ਕਰ, ਚੇਤੇ ਕਰਿਆ ਕਰ, ਚੇਤੇ। ਇਹ ਸੱਚ ਹੈ ਸੰਗਤੇ। ਜਗਿਆਸੂ ਨੇ ਪੁੱਛਿਆ, ਰੱਬਾ ਮੈਨੂੰ ਚਿੰਤਾ ਜੀ ਸਤਾਉਂਦੀ। ਆਪਾਂ ਸਾਰਿਆਂ ਨੂੰ ਸਤਾਉਂਦੀ ਆ। ਕਹਿੰਦੇ ਕਾਹਦੀ? ਕਹਿੰਦੇ ਭਵਿੱਖ ਦੀ। ਪਾਸਟ, ਫਿਊਚਰ, ਪ੍ਰੈਜ਼ੈਂਟ, ਭੂਤ, ਭਵਿੱਖ, ਵਰਤਮਾਨ। ਇਹ ਆਉਣ ਵਾਲੇ ਸਮੇਂ ਦੀ ਹਰ ਕਿਸੇ ਨੂੰ ਭਵਿੱਖ ਦੀ, ਨੌਜਵਾਨਾਂ ਨੂੰ, ਅੱਧਖੜਾਂ ਨੂੰ, ਬੁੱਢਿਆਂ ਨੂੰ, ਸਭ ਨੂੰ ਚਿੰਤਾ ਸਤਾਉਂਦੀ ਆ। ਜਵਾਨ ਬੱਚਾ ਕਹਿੰਦਾ ਜਵਾਨੀ ਕਿੱਦਾਂ ਦੀ ਆਊਗੀ, ਜਵਾਨ ਕਹਿੰਦਾ ਅੱਧਖੜ ਕਿੱਦਾਂ ਆਊ, ਜਿਹੜੀ ਅੱਧਖੜ ਉਹ ਕਹਿੰਦੇ ਬੁਢੇਪਾ ਸੌਖਾ ਲੰਘ ਜੇ। ਤੋ ਮਹਾਰਾਜ ਸੱਚੇ ਪਾਤਸ਼ਾਹ ਪਹਿਲਾਂ ਹੀ ਪ੍ਰਬੰਧ ਕੀਤਾ। ਮਹਾਰਾਜ ਦੀ ਬਾਣੀ ਹੈ, ਭਾਈ ਸਾਹਿਬ ਦੀਆਂ ਵਾਰਾਂ ਨੇ। ਮਹਾਰਾਜ ਕੀ ਕਹਿੰਦੇ ਆ? ਕਹਿੰਦੇ ਚਿੰਤਾ ਨਾ ਕਰਿਆ ਕਰ, ਚੇਤੇ ਕਰਿਆ ਕਰ। ਵਾਹਿਗੁਰੂ ਵਾਹਿਗੁਰੂ ਉੱਚੀ ਵਾਹਿਗੁਰੂ 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 ਵਾਹਿਗੁਰੂ। ਚਿੰਤਤ ਹੀ ਦੀਸੈ ਸਭ ਕੋਏ। ਕਹਿੰਦੇ ਸਾਰੀ ਦੁਨੀਆ। ਮਹਾਰਾਜ ਸਾਹਿਬ ਕਹਿੰਦੇ ਜਿੰਨੇ ਆ ਬੈਠੇ ਬਾਹਰ ਅੰਦਰ ਸਭ ਚਿੰਤਾ 'ਚ। ਬਾਣੀ ਝੂਠ ਨਹੀਂ ਕਹਿੰਦੀ ਨਾ। ਚਿੰਤਤ ਹੀ ਦੀਸੈ ਸਭ ਕੋਏ। ਤੇ ਅੱਗੋਂ ਫਿਰ ਆਖਿਆ ਮਹਾਰਾਜ ਜੀ ਤੁਹਾਨੂੰ ਇੰਨਾ ਪਤਾ ਵੀ ਇਹ ਸਾਰੇ ਚਿੰਤਾ 'ਚ, ਤੇ ਇਹਦਾ ਹੱਲ ਕੀ ਹੈ? ਮਹਾਰਾਜ ਕਹਿੰਦੇ ਚੇਤੈ ਏਕ। ਹੱਲ ਵੀ ਦੱਸਿਆ ਨਾਲ। ਪਹਿਲੀ ਪੰਕਤੀ 'ਚ ਕਿਹਾ ਚਿੰਤਤ ਹੀ। ਸਾਰੇ ਆਪਾਂ ਚਿੰਤਾ 'ਚ, ਸਭ ਚਿੰਤਾ 'ਚ। ਤੋ ਇਸ ਕਰਕੇ ਸਾਧ ਸੰਗਤ ਜੀ ਮਹਾਰਾਜ ਨੂੰ ਪੁੱਛਿਆ ਵੀ ਜੇ ਚਿੰਤਾ 'ਚ ਤੇ ਫਿਰ ਹੱਲ ਕਰੋ। ਮਹਾਰਾਜ ਦਿਓ ਕੋਈ ਲਾਚੀ, ਕੋਈ ਜਲ ਦਿਓ ਸਾਨੂੰ, ਫੇਰੋ ਸਿਰ ਤੇ ਹੱਥ, ਇਹਦਾ ਇਲਾਜ ਕਰੋ ਚਿੰਤਾ ਦਾ। ਤੇ ਮਹਾਰਾਜ ਕਹਿੰਦੇ ਕਰਦੇ ਆ। ਅਗਲੀ ਪੰਕਤੀ 'ਚ ਕਹਿੰਦੇ ਚੇਤੈ ਏਕ ਤਹੀਂ ਸੁਖ ਹੋਏ। ਕਹਿੰਦੇ ਪਰਮੇਸ਼ਰ ਨੂੰ ਚੇਤੇ ਕਰਨਾ ਸ਼ੁਰੂ ਕਰ। 20 ਮਿੰਟ ਸਵੇਰੇ, 20 ਸ਼ਾਮਾਂ ਨੂੰ। ਜਦੋਂ 20 ਸਹੀ ਲੱਗਣ ਲੱਗ ਪਏ, ਫਿਰ 30 ਕਰਦੀ, ਫਿਰ 40 ਕਰਦੀ, ਫਿਰ 50 ਕਰਦੀ, ਫਿਰ 60 ਮਿੰਟ ਕਰਦੀ। ਜਿਵੇਂ ਜਿਵੇਂ ਬੰਦਗੀ ਵਧਾਵੇਂਗਾ ਤਿਵੇਂ ਤਿਵੇਂ ਦਾਤਾਂ ਵਧਣਗੀਆਂ। ਸਤਿ ਸ੍ਰੀ ਅਕਾਲ। ਮਹਾਰਾਜ ਕਹਿੰਦੇ ਸੇਵਾ ਥੋੜੀ, ਮੰਗਣ ਬਹੁਤਾ। ਗੱਫਾ ਬਹੁਤਾ ਮੰਗਦੇ ਆ ਤੇ ਸੇਵਾ ਥੋੜੀ ਆ। ਮਹਾਰਾਜ ਨੇ ਬਾਣੀ ਕੀਤੀ ਸੇਵਾ ਥੋੜੀ, ਮੰਗਣ ਬਹੁਤਾ। ਥਾਲੀ ਤੇ ਆਪਣੀ ਵੀ ਰੋਟੀ ਵਾਲੀ ਕਹਿੰਦਾ ਭਾਊ ਮੇਰੀ ਵੀ ਲਈ ਜਾਈ, ਤੇ ਮੰਗੀ ਸਭ ਕੁਝ ਜਾਣਾ। ਮਹਾਰਾਜ ਕਹਿੰਦੇ ਨਹੀਂ ਨਹੀਂ, ਸੇਵਾ ਥੋੜੀ ਤੇਰੀ ਹੈ, ਇਹਨੂੰ ਵਧਾ ਲਾ। ਸੇਵਾ ਥੋੜੀ ਮੰਗਣ ਬਹੁਤਾ, ਮਹਿਲ ਨਾ ਪਾਵੇ ਕਹਿ ਤੋ ਬਹੁਤਾ। ਜੋ ਪ੍ਰੇਮਾਨੇ ਤਿਨ ਕੀ ਰੀਸਾ।
ਕੂੜੇ ਮੂਰਖ ਕੀ ਹਠੀ ਸੇ। ਕਹਿੰਦੇ ਜਿਨ੍ਹਾਂ ਨੇ ਪਿਆਰਾ ਮਨਾ ਲਿਆ ਪਾ ਲਿਆ ਤੇ ਰੀਸਾਂ ਉਹਨਾਂ ਦੀਆਂ ਕਰਦਾ ਇਹ, ਪਰ ਤੇਥੋਂ ਨਹੀਂ ਹੋਣੀਆਂ। ਹੰਸਾਂ ਦੇਖ ਤਰੰਦਿਆਂ ਬਗਾ ਪਿਆਇਆ ਚਾਓ। ਹੰਸ ਨਹਾਉਂਦਾ ਸੀ ਮਾਨ ਸਰੋਵਰ 'ਚ ਤੇ ਮੇਰੇ ਵਰਗੇ ਬੰਗਲੇ ਉੱਤੋਂ ਉੱਡ ਕੇ ਜਾਂਦਾ। ਉਹ ਇੱਕ ਦੂਜੇ ਨੂੰ ਕਹਿੰਦਾ ਓਏ ਆ ਵੀ ਆਪਣੇ ਭਰਾ ਹੀ ਹੈ, ਇਹ ਵੇਖ ਕਿੱਦਾਂ ਆਨੰਦ ਲੈਂਦੇ, ਆਪਾਂ ਵੀ ਨਾ ਝੱਟ ਤਾਰੀ ਲਾਈਏ। ਉਹ ਕਹਿੰਦਾ ਵੀ ਇਹ ਹੰਸ ਹੈ, ਆਪਾਂ ਬੰਗਲੇ ਆ, ਇਹਨਾਂ ਦੀਆਂ ਰੀਸਾਂ ਨਾ ਕਰੀਏ। ਰੀਸਾਂ ਕਰੇ ਤਨਾੜੀਆਂ ਜੇ ਸਾਹਿਬ ਮਿਲ। ਕਹਿੰਦੀ ਉਹਨਾਂ ਦੀਆਂ ਰੀਸਾਂ ਕਰਦਾ ਹੈ ਜਿਹੜੇ ਰੱਬ ਦੇ ਦਰ ਤੇ 24 ਘੰਟੇ ਖੜੇ ਆ, ਤੇ ਤੂੰ 5 ਮਿੰਟ ਨਹੀਂ ਖੜੋਂਦਾ। ਨਹੀਂ ਰੀਸਾਂ ਹੋਣੀਆਂ ਤੇਰੇ ਤੋਂ, ਤੇ ਕਰੀ ਵੀ ਨਾ ਬਾਬਾ ਦੀਪ ਸਿੰਘ ਦੀ ਰੀਸ ਕਰੋ ਬਈ। ਉਂਗਲ ਦੀ ਚੀਜੀ ਤੇ ਚੀਰ ਆ ਜੇ ਤੇ ਸਾਰਾ ਟੱਬਰ ਇਕੱਠਾ ਕਰ ਲਈਦਾ ਹੈ। ਗਾਟਾ ਲੱਥਾ ਹੋਵੇ ਤੇ ਜਕਾਰੇ ਛੱਡਦਾ ਜਾਵੇ। ਦੂਜੇ ਬੰਗਲੇ ਨੇ ਆਖਿਆ ਉਹ ਕੁਛ ਨਹੀਂ ਹੁੰਦਾ, ਤੇਰਾ ਵਹਿਮ ਹੈ, ਇਹ ਵੀ ਆਪਣੇ ਵਰਗੇ ਜੇ ਇਹ ਤਰਨ ਦੇ ਤੇ ਆਪਾਂ ਵੀ ਤਰਾਂਗੇ। ਉਹਨੇ ਫੂਕ ਦੇ ਕੇ ਤੇ ਜਿਹੜੇ 7-8 ਇਕੱਠੇ ਜਾਂਦੇ ਸੀ ਸਾਰੇ ਬਣਾ ਲਏ। ਤੇ ਬਾਣੀ ਕਹਿੰਦੀ ਫਿਰ ਕੀ ਹੋਇਆ, ਬੱਗਾਂ ਪਿਆ ਆ ਚਾਹੋ। ਆਏ ਫਿਰ ਉਹ ਵੀ ਸਰੋਵਰ ਵੱਲ ਨੂੰ ਗਾਉਂਦੇ, ਤੇ ਜਦੋਂ ਵਿੱਚ ਛਾਲ ਮਾਰੀ ਹੰਸ ਹੰਸ ਬੰਗਲਾ ਬੰਗਲਾ ਹੈ। ਹੰਸਾਂ ਹੀਰਾ ਮੋਤੀ ਚੁਗਣਾ ਬੱਗ। ਜੇ ਬਾਬੇ ਨਾਨਕ ਵੱਲ ਵੇਖ ਕੇ ਕੋਈ ਆਖੇ ਮੈਂ ਵੀ ਦਰਿਆ ਤੇ ਤੁਰ ਲੂੰਗਾ ਤੇ ਡੁੱਬਾ ਹੀ ਲੈ। ਬਾਬੇ ਨਾਨਕ ਨੇ ਕਿੱਕਰਾਂ ਤੋਂ ਮਠਿਆਈਆਂ ਲਾਤੀਆਂ ਤੇ ਆਪਾਂ ਲਾ ਲਾਂਗੇ। ਬਾਬਾ ਪੰਜੇ ਲਾ ਕੇ ਪੱਥਰ ਰੋਕਤੇ, ਅਜੇ ਤਾਈਂ ਰੁਕੇ ਪਏ, ਝੀਰੇ ਵਗਦੇ ਪਏ। ਅੱਜ ਬੜੇ ਬਾਬੇ ਦੀਆਂ ਰੀਸਾਂ ਕਰਦੇ, ਨਹੀਂ ਹੋਣੀਆਂ, ਕਿਉਂਕਿ ਬਗਲਿਆਂ ਨੇ ਰੀਸ ਕੀਤੀ ਜਦੋਂ ਮਾਨ ਸਰੋਵਰ 'ਚ ਛਾਲ ਮਾਰੀ। ਤੇ ਬਾਣੀ ਕਹਿੰਦੀ ਡੁੱਬ ਮੂਏ ਬਗ ਬਪੜੇ, ਸਿਰ ਤਲ ਉੱਪਰ ਪਾਉ। ਸਿਰ ਥੱਲੇ ਤੇ ਲੱਤਾਂ ਤਾਂ ਹੋ ਗਈਆਂ ਤੇ ਰੁੜਦੇ ਜਾਣ। ਤੇ ਹੰਸਾਂ ਵੇਖ ਤਰੰਦਿਆਂ ਬੱਗਾਂ ਪਿਆਇਆ ਚਾਓ। ਕਿਤੇ ਕਮਾਈ ਵਾਲੇ ਦੀ ਰੀਸ ਨਾ ਕਰਨ ਬਹਿ ਜਿਓ। ਦੱਸਦੇ ਆ ਵੀ ਬਾਬਾ ਕਰਤਾਰ ਸਿੰਘ ਹੋਣੀ ਮਹਾਂਪੁਰਖੀ ਦਾ ਪਥੂਈ ਪਾਈ ਸੀ ਨਾ ਸੁੱਕਣੇ, ਤੇ ਸਰੀਏ ਦੀ ਗੱਡੀ ਆਈ ਤੇ ਬਾਬਾ ਜੀ ਨੂੰ ਸਿੰਘ ਆ ਕੇ ਕਹਿੰਦਾ ਜੀ ਮਾਇਆ ਦਿਓ। ਤੇ ਐਦਾਂ ਹੀ ਬੈਠੇ ਰੁੱਖ ਥੱਲੇ ਤੇ ਕਹਿੰਦੇ ਉਹ ਫਤੂਈ ਫੜੋ। ਸੁੱਕਣੇ ਪਾਈ ਧੋਤੀ ਤੇ ਪਾ ਕੇ ਉੱਤੇ ਤੇ ਕੰਬਲੀ ਦੀ ਬੁੱਕਲ ਮਾਰੀ ਤੇ 2-4 ਮਿੰਟ ਸੰਗਤਾਂ ਨਾਲ ਬਚਨ ਕਰਕੇ ਪੌਣ ਹੱਥ ਵੱਖੀ 'ਚ ਤੇ ਦੱਥੀ ਬਾਹਰ। ਪੌਣ ਹੱਥ ਤੇ ਦੱਥੀ। ਹੁਣ ਤੁਸੀਂ ਕਹੋਗੇ ਬਾਬਾ ਜੀ ਝੂਠ ਮਾਰਦੇ। ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਪੁੱਛ ਲੈਂਦੇ, ਮਹਾਰਾਜ ਇੱਦਾਂ ਹੋ ਸਕਦਾ? ਪਾਤਸ਼ਾਹ ਕਹਿੰਦੇ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਏ। ਇਹ ਭਗਤਾਂ ਦੀ ਦਾਸੀ ਹੈ। ਉਹ ਕਹਿੰਦੀ ਵੀ ਦੱਸੋ ਮਹਾਂਪੁਰਖੋ ਕੀ ਕੰਮ ਆ। ਭਰ ਭਰ ਕੇ ਦੱਥੀਆਂ ਸੁੱਟਤੀਆਂ। ਆਖੋ ਸਤਿਨਾਮ। ਜਿੱਦਾਂ ਕਹਿੰਦੇ ਮਹਾਂਪੁਰਖਾਂ ਦੀਆਂ ਸਾਖੀਆਂ ਬਹੁਤ ਹੈ। ਬਾਬਾ ਮਹਾ ਹਰਨਾਮ ਸਿੰਘ ਜੀ ਕੁੱਚੋ ਵਾਲੇ, ਉੱਥੇ ਗਰਮੀ ਬੜੀ, ਸੰਗਤ ਬੈਠੀ ਤੇ ਪੱਖਾ ਚੱਲੇ ਪਸੀਨਾ ਤੇ ਨਾਮ ਜਪਣ ਦਾ। ਤੇ ਬਾਬਾ ਜੀ ਨੇ ਆਖਿਆ ਉੱਥੇ ਪੀਪਾ ਪਿਆ, ਇੱਕ ਪੀਪਾ। ਤੇ ਮਹਾਂਪੁਰਖ ਕਹਿੰਦੇ ਆ ਪੀਪੇ ਨੂੰ ਐ ਨੂੰ ਮੂਧਾ ਕਰ ਦੋ। ਤੇ ਉਹ ਪੀਪੇ ਨੂੰ ਮੂਧਾ ਕੀਤਾ ਤੇ ਹਵਾ ਠੰਡੀ ਚੱਲੇ। ਉੱਥੇ ਮੇਰੇ ਅੱਗਾ ਕੋਈ ਸੇਵਕ ਸੀ ਤੇ ਉਹ ਵੇਂਦਾ ਰਿਹਾ। ਕਹਿੰਦਾ ਜਦੋਂ ਸੰਗਤ ਉੱਠ ਕੇ ਗਈ ਆਪਾਂ ਪੀਪਾ ਚੁੱਕ ਕੇ ਲੈ ਜਾਣਾ। ਉਹ ਜਦੋਂ ਸਮਾਪਤੀ ਹੋਈ, ਪ੍ਰਸ਼ਾਦ ਵੰਡਿਆ, ਸਭ ਚਲੇ ਗਏ ਤੇ ਉਹਨੇ ਪੀਪਾ ਚੁੱਕ ਲਿਆ। ਕਹਿੰਦਾ ਰਾਤ ਨੂੰ ਗਰਮੀ ਬੜੀ, ਨੰਦ ਨਾਲ ਪੀਪੇ ਦਾ ਮੂੰਹ ਐ ਨੂੰ ਕਰਿਆ ਕਰ। ਤੇ ਉਹ ਜਦੋਂ ਰਾਤ ਪਈ ਤੇ ਸਾਰੇ ਸੌਂ ਗਏ ਤੇ ਉਹਨੇ ਪੀਪਾ ਆਪਦੇ ਵੱਲੋਂ ਕੀਤਾ। ਹਵਾ ਚੁੱਕੀ ਸਵਾਹ ਹੋਣੀ ਸੀ। ਸਾਧੂਆਂ ਦੀ ਕਮਾਈ ਸੀ, ਕਮਾਈ ਨਾ ਹਵਾ ਵਗਦੀ ਹੈ ਨਾ। ਤੇ ਉਹਨੇ ਰੀਸ ਕੀਤੀ। ਤੇ ਉਹ ਕਹਿੰਦੇ ਅਗਲੇ ਦਿਨ ਕਹਿੰਦਾ ਬਾਬਾ ਜੀ ਇਹ ਪੀਪੇ 'ਚ ਕੀ ਕਰਾਂ ਮਾਂ? ਤੇ ਜਦੋਂ ਤੁਸੀਂ ਟੇਢਾ ਕਰਾਉਣੇ ਉਦੋਂ ਹਵਾ ਆਉਂਦੀ, ਜਦੋਂ ਮੈਂ ਕਰਦਾ ਉਦੋਂ। ਉਹ ਕਹਿੰਦੇ ਕਰਾਮਾਤ ਪੀਪੇ 'ਚ ਨਹੀਂ, ਕਰਾਮਾਤ ਗੁਰੂ ਨਾਨਕ ਦੇ ਨਾਮ 'ਚ। ਨਾਮ ਜਪਿਆ ਕਰ, ਜਦੋਂ ਪਵਿੱਤਰ ਹੋ ਜਾਏਗਾ ਤੇ ਫਿਰ ਇਹ ਰਿਧੀਆਂ ਸਿੱਧੀਆਂ ਆਮ ਹੀ ਆ ਜਾਂਦੀਆਂ। ਉਹ ਤਾਂ ਇਹ ਬਾਣੀ ਉਚਾਰੀ ਗਈ ਆ ਵੀ ਰੀਸਾਂ ਕਰੇ ਤਨਾੜੀਆਂ ਜੋ ਸੇਵੇ ਦਰ ਖੜੀਆਂ। ਉਹਨਾਂ ਦੀ ਰੀਸ ਕਰਦਾ ਜਿੰਨਾ ਕਮਾਈ ਕੀਤੀ। 48 ਘੰਟੇ ਦਾ ਜਾਪ, ਤੇ ਆਪਾਂ ਤੇ 2 ਮਿੰਟ ਨਹੀਂ ਕਦੇ ਮੂਲ ਮੰਤਰ ਪੜ੍ਹਿਆ। ਤੇ ਸੰਤਾਂ ਸਾਧੂਆਂ ਦੀ ਰੀਸ ਨਾਲ ਮੈਂ ਕਹੂੰਗਾ ਵੀ ਇੱਕ ਮਾਲਾ ਇੱਧਰ ਪਾ ਲਾਂ, ਇੱਕ ਇੱਧਰ ਪਾ ਲਾਂ, 2-3 ਚੇਲੇ ਰੱਖ ਕੇ ਚਿੱਟਾ ਚੋਲਾ ਤੇ ਮੈਂ ਸੰਤ ਬਣ ਜਾਊ? ਨਾ 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 ਨਾ, ਠੱਗ ਬਣ ਸਕਦਾ ਬਨਾਰਸ ਦਾ। ਤੋ ਇਸ ਕਰਕੇ ਸਾਧੂਆਂ ਦੀਆਂ ਖੇਡਾਂ ਸਾਧੂ ਜਾਣਦੇ। ਬਾਣੀ ਨੇ ਗੁਰੂ ਅਰਜਨ ਸਾਹਿਬ ਪਿਤਾ ਜੀ ਨੂੰ ਪੁੱਛਿਆ, ਮਹਾਰਾਜ ਸੰਤ ਕੀ ਹੁੰਦੇ ਆ?
ਸਾਧੂ ਕੀ ਹੁੰਦੇ ਮਹਾਰਾਜ ਕਹਿੰਦੇ ਸਾਧ ਕੀ ਮਹਿਮਾ ਵੇਦ ਨਾ ਜਾਣੈ। ਵੇਦ ਵੀ ਨਹੀਂ, ਵੇਦਾਂ ਨੂੰ ਲੋਕੀ ਪੜ੍ਹ ਕੇ ਗਿਆਨੀ ਬਣਦੇ ਆ। ਜਿਹੜੇ ਗ੍ਰੰਥ ਸਾਰੇ ਪੜ੍ਹ ਲੈਂਦੇ ਨਾ ਕਥਾਵਾਚਕ, ਜਿਹੜੇ ਚਾਹੇ ਉਹ ਮਸ਼ੀਨਰੀ ਹੋਣ, ਚਾਹੇ ਟਕਸਾਲੀ ਹੋਣ, ਚਾਹੇ ਸੰਪਰਦਾ ਕੋਈ, ਭਾਵੇਂ ਸਾਰੇ ਧਰਮ ਦੇ ਗ੍ਰੰਥਾਂ ਦੀ ਕਥਾਵਾਚਕ ਬਣ ਜਾਣ। ਗੁਰੂ ਅਰਜਨ ਸਾਹਿਬ ਨੇ ਕਹਿਤਾ 4 ਪੋਥੀਆਂ ਪੜ੍ਹ ਕੇ ਕਹਿੰਦਾ ਸਾਧੂ ਨਹੀਂ ਹੁੰਦੇ, ਤੇ ਗੁਰੂ ਅਰਜਨ ਸਾਹਿਬ ਕਹਿੰਦੇ ਵੇਦਾਂ ਤੋਂ ਵੀ ਨਹੀਂ ਸਾਧੂ ਦੀ ਮਹਿਮਾ ਬਾਰੇ ਲਿਖਿਆ। ਤੂੰ ਐਡਾ ਤੇ ਗਿਆਨੀ ਹੈ ਨਹੀਂ ਵੀ ਤੂੰ 4 ਵੇਦ ਕੰਠ ਕਰ ਲੈ। ਜਿਨ੍ਹਾਂ ਨੇ ਸਾਰੇ ਗ੍ਰੰਥ ਪੜ੍ਹੇ ਉਹਨਾਂ ਤੋਂ ਵੀ ਇਹ ਗੱਲ ਨਹੀਂ ਬਣੀ ਵੀ ਸਾਧੂ ਕੀ ਮੌਜ ਦੇ ਮਾਲਕ ਹੁੰਦੇ ਆ। ਇਹਨਾਂ ਦੇ ਬਾਰੇ ਕੋਈ ਦੱਸ ਨਹੀਂ ਸਕਦਾ। ਗੁਰੂ ਨਾਨਕ ਸਾਹਿਬ ਜੀ ਹੱਸ ਪਏ। ਮਰਦਾਨੇ ਨੇ ਆਖਿਆ ਵੀ ਮੈਂ ਮਰ ਜਾਣਾ ਬਾਬਾ, ਤੇ ਤੇਰੀ ਰਬਾਬ ਨਹੀਂ ਕਿਸੇ ਵਜਾਉਣੀ। ਤੇ ਮਹਾਰਾਜ ਜੀ ਕਹਿੰਦੇ, ਕਵੀਰਾਜ ਜੀ ਕਹਿੰਦੇ ਗਤ ਜਾਣਨ ਹਾਰ ਸਭੈ ਵਿਦ ਜਾਨਾ। ਤੇ ਮਹਾਰਾਜ ਜੀ ਅੰਦਰ ਦੀ ਜਾਣਦੇ ਹਨ। ਅਨਨ ਸੋ ਮੁਸਕਾਵਤ ਮੰਦ ਬਿਲੋਕਤ ਦੇਤ ਆਨੰਦ ਕੋ ਦਾਨਾ। ਕਹਿੰਦੇ ਮਹਾਰਾਜ ਜੀ ਨਾ ਆਪਣੇ ਮੁਖੜੇ ਤੋਂ ਹੌਲੀ ਹੌਲੀ ਹੱਸ ਰਹੇ ਆ। ਕਿੰਨੇ ਸੋਹਣੇ ਲੱਗਦੇ ਹੋਣਗੇ ਰੱਬ ਜਦੋਂ ਹੱਸਦਾ ਨਾ। ਮਹਾਂਪੁਰਖ ਕਹਿੰਦੇ ਗੁਰੂ ਨਾਨਕ ਸਾਹਿਬ ਜਦੋਂ ਹੱਸਦੇ ਸੀ ਨਾ ਸਾਰੀ ਸ੍ਰਿਸ਼ਟੀ ਠੰਡੀ ਹੋ ਜਾਂਦੀ ਸੀ। ਆਨੰਦ ਹੀ ਆਨੰਦ ਵਰਤ ਜਾਂਦਾ ਸੀ ਸਭ ਦੇ ਅੰਦਰ। ਇਸ ਕਰਕੇ ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ, ਜਿੱਥੇ ਪਿਆਰ ਹੁੰਦਾ ਉੱਥੇ ਤਰਕ ਵੀ ਹੁੰਦੀ ਹੈ। ਕੱਲ੍ਹ ਬੱਚਿਆਂ ਨੇ ਸੇਵਾ ਕੀਤੀ ਨਾ ਬਤਕਾਂ ਦੀ ਮੋਰ ਸ਼ੇਰ, ਤੇ ਹਰ ਕਿਸੇ ਦੀ ਬਿਰਤੀ ਤੇ ਇੱਕ ਰਾਤੀ ਮੱਥਾ ਟੇਕਣ ਆਇਆ। ਕਹਿੰਦਾ ਬਾਬਾ ਜੀ ਤੁਸੀਂ ਜਾਨਵਰ ਰੱਖਦੇ ਮਹਾਰਾਜ ਅੱਗੇ। ਤੇ ਮੈਂ ਕਿਹਾ ਵੀ ਇਹ ਕਿੱਦਾਂ ਨਹੀਂ ਰੱਖਣੇ ਚਾਹੀਦੇ। ਕਹਿੰਦੇ ਵਧੀਆ ਗਲਤ ਨਹੀਂ ਕੋਈ, ਇਹ ਤੇ ਜਾਨਵਰ ਹੈ। ਮੈਂ ਕਿਹਾ ਵੀ ਤੂੰ ਕਿੰਨੀ ਸਟੱਡੀ ਕੀਤੀ? ਕਹਿੰਦੇ ਵੀ BA ਕੀਤੀ ਆ। ਮੈਂ ਕਿਹਾ ਵੀ ਗੁਰਮਤ ਦਾ ਕੀ ਪੜ੍ਹਿਆ ਜੀ? ਕਹਿੰਦੇ ਨਿਤਨੇਮ ਰੋਜ਼ ਕਰੀਦਾ ਆਪਾਂ। 7-8 ਸਾਲ ਤੋਂ ਨਿਤਨੇਮ ਜਿਹੜਾ ਰੋਜ਼ ਕਰਦਾ, ਮੈਂ ਨਾਗਾ ਨਹੀਂ ਪਾਉਂਦਾ। ਤੇ ਮੇਰੇ ਮਨ 'ਚ ਫੁਰਨਾ ਆਇਆ ਸੀ ਵੀ ਇਹ ਜਾਨਵਰ ਆ ਤੇ ਇਹ ਤਰ੍ਹਾਂ ਰੱਖਿਆ। ਮੈਂ ਕਿਹਾ ਵੀ 7 ਸਾਲ ਹੋ ਗਏ ਤੈਨੂੰ ਨਿਤਨੇਮ ਕਰਦੇ ਨੂੰ, ਤੇ ਜਪਜੀ ਸਾਹਿਬ ਉਤੋਂ ਦੀ ਲੰਘ ਜਾਣਾ ਹੁੰਦਾ। ਕਹਿੰਦੇ ਕਿਉਂ? ਆ ਜਾਓ ਫਿਰ ਸਾਰੇ ਪੜ੍ਹੀਏ। ਮੈਂ ਕਿਹਾ ਜਦੋਂ ਜਪਜੀ ਸਾਹਿਬ ਪੜ੍ਹੀਦਾ ਉਹਦੇ 'ਚ ਬੜੀ ਸਵਾਰ ਕੇ ਇੱਕ ਪੰਕਤੀ ਗੁਰੂ ਨਾਨਕ ਸਾਹਿਬ ਨੇ ਗਾਈ ਆਪ। ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਜੀਆਂ ਕਾ ਇੱਕ ਦਾਤਾ। ਸੋ ਮੈਂ ਵਿਸਰ ਨਾ ਜਾਈ ਸਭਨਾ ਜੀਆਂ ਕਾ ਇੱਕ ਦਾਤਾ। ਸੋ ਮੈਂ ਵਿਸਰ ਨਾ ਜਾਈ ਸਭਨਾ ਜੀਆਂ ਕਾ ਇੱਕ ਦਾਤਾ। ਕਹਿੰਦੇ ਇਹ ਤੇ ਪੜ੍ਹੀ ਦੀ ਆ। ਤੇ ਮੈਂ ਕਿਹਾ ਇਹਦੇ ਅਰਥ ਕੀ ਆ? ਉਹ ਮੈਂ ਕਿਹਾ ਭਲਿਆ ਚਲੋ ਮੈਂ ਏਡਾ ਗਿਆਨੀ ਨਹੀਂ, ਗੁਰੂ ਨਾਨਕ ਦੀਆਂ ਪੋਥੀਆਂ ਪੜ੍ਹ। ਸਭ ਤੋਂ ਵੱਧ ਕੀਰਤਨ ਗੁਰੂ ਨਾਨਕ ਸਾਹਿਬ ਨੇ ਜੰਗਲ 'ਚ ਕੀਤਾ। ਇਹ ਗੱਲ ਨੋਟ ਕਰ ਲਓ, ਜਿੰਨਾ ਕੀਰਤਨ ਮਹਾਰਾਜ ਨੇ ਇਹਨਾਂ ਜੀਵਾਂ ਨੂੰ ਸੁਣਾਇਆ ਉਹਨਾਂ ਆਪਾਂ ਨੂੰ ਨਹੀਂ ਸੁਣਾਇਆ। ਮਹਾਰਾਜ ਕਹਿੰਦੇ ਚੰਗੇ ਤੁਹਾਡੇ ਤੋਂ। ਕਿਉਂ ਚੰਗੇ ਆ? ਇਹ ਕਿਸੇ ਦੀ ਚੋਰੀ ਨਹੀਂ ਕਰਦੇ, ਕਿਸੇ ਦੀ ਚੁਗਲੀ ਨਹੀਂ ਕਰਦੇ, ਕਿਸੇ ਦਾ ਦਿਲ ਨਹੀਂ ਦਿਖਾਉਂਦੇ, ਕਿਸੇ ਦੀ ਨਿੰਦਿਆ ਨਹੀਂ ਕਰਦੇ, ਕਿਸੇ ਦਾ ਹੱਕ ਨਹੀਂ ਖਾਂਦੇ। ਜਦੋਂ ਮਹਾਰਾਜ ਦੀ ਪੋਥੀਆਂ ਅੱਗੇ ਵੇਖਿਓ ਮਹਾਰਾਜ ਕੀਰਤਨ ਕਰਦੇ ਸੀ ਨਾ, ਤੇ ਸਾਰੇ ਪਸ਼ੂ ਪੰਛੀ ਜੀਵ ਜੰਤੂ ਮਹਾਰਾਜ ਦੇ ਕੋਲ ਆ ਕੇ ਬਹਿ ਜਾਂਦੇ ਸੀ। ਬਾਣੀ ਕਹਿੰਦੀ ਬੱਕਰੀ ਸਿੰਘ ਇੱਕ ਤੈ ਥਾਏ ਰੱਖਿਆ। ਗੁਰੂ ਗ੍ਰੰਥ ਸਾਹਿਬ ਪੜ੍ਹਿਆ ਤੁਸੀਂ ਨਾ? ਮਹਾਰਾਜ ਕਹਿੰਦੇ ਜਦੋਂ ਕੀਰਤਨ ਕਰਦੇ ਸੀ ਤੇ ਬੱਕਰੀ ਵੀ ਉੱਥੇ ਆ ਕੇ ਬਹਿੰਦੀ, ਸ਼ੇਰ ਵੀ। ਇੰਨਾ ਪ੍ਰਤਾਪ ਸੀ ਕੀਰਤਨ ਬਾਬੇ ਬੁੱਢਣ ਸ਼ਾਹ ਦਾ ਸ਼ੇਰ ਬੱਕਰੀਆਂ ਚਾਰਦਾ ਹੈ। ਬੰਦਕੀ 'ਚ ਇੰਨੀ ਕਮਾਈ ਨਹੀਂ ਤੇ ਸ਼ੇਰ ਤੇ ਬੱਕਰੀ ਨੂੰ ਚਾਰ ਜੇ। ਉੱਥੇ ਕਰਾਮਾਤ ਕਾਹਦੀ ਸੀ? ਨਾਮ ਦੇ ਵਿੱਚ ਕਹਿੰਦੇ ਇੰਨੀ ਤਾਕਤ ਆ। ਕਾਹੋ ਖਾਣ ਤਿੰਨਾ ਮਾਸ ਖਵਾਲੇ। ਬਾਣੀ ਕਹਿੰਦੀ ਉਹਦੀ ਰਜਾ ਹੋ ਜੇ ਨਾ। ਤੇ ਜਦੋਂ ਮਾਰੇ ਗਏ ਸੀ ਨਾ ਦਾਦੂ ਦੁਆਰੇ ਉਧਰ ਨੂੰ ਹਜ਼ੂਰ ਸਾਹਿਬ ਨੂੰ, ਗੋਦਾਵਰੀ ਦੇ ਕੰਢੇ ਮਾਧੋਦਾਸ ਬਰਾਗੀ ਨੂੰ, ਉੱਥੇ ਮਹੰਤ ਜੈਤ ਰਾਮ ਕੋ ਰਾਤ ਰਹੇ ਮਾਰੇ। ਤੇ ਉਹਨੇ ਆਖਿਆ ਪਾਤਸ਼ਾਹ ਵੀ ਤੁਹਾਨੂੰ ਤੇ ਦਾਲ ਪਾਣੀ ਛਕਾਤਾ ਮੈਂ। ਇੱਧਰ ਧਿਆਨ ਦਿਓ ਸਾਰੇ। ਤੇ ਫੁਲਕਾ ਪਾਣੀ ਦੇ ਮਹਾਰਾਜ ਸਾਹਿਬ ਜੀ ਤੁਹਾਡੇ ਘੋੜਿਆਂ ਨੂੰ ਵੀ ਘਾਹ ਪੈ ਗਿਆ।
ਤੇ ਮਹਾਰਾਜ ਕਹਿੰਦੇ ਜਿਹੜੇ ਸਾਡੇ ਬਾਜ ਆ ਇਹਨਾਂ ਦਾ ਕੀ ਖਿਆਲ ਹੈ? ਇਹ ਤਾਂ ਮਾਸ ਖਾਂਦੇ ਆ। ਤੇ ਉਹ ਕਹਿੰਦਾ ਮਹੰਤ ਜੈਤ ਰਾਮ ਕਹਿੰਦਾ ਪਾਤਸ਼ਾਹ ਮੈਂ ਤੁਹਾਨੂੰ ਪਿਆਰ ਬਹੁਤ ਕਰਦਾ, ਪਰ ਮੇਰੀ ਬੇਨਤੀ ਜੇ ਮੇਰੇ ਡੇਰੇ 'ਚ ਮਾਸ ਨਹੀਂ ਆਉਂਦਾ, ਤੇ ਬਾਜ ਮਾਸ ਤੋਂ ਬਿਨਾਂ। ਤੇ ਮਹਾਰਾਜ ਕਹਿੰਦੇ ਫਿਰ ਹੁਣ ਜਾਂ ਫਿਰ ਅਸੀਂ ਚੱਲੇ, ਅਸੀਂ ਰਹਿਣਾ ਨਹੀਂ ਤੇਰੇ ਕੋਲੇ, ਸਾਨੂੰ ਛੁੱਟੀ ਦੇ ਦੇ। ਵੀ ਸਾਰਿਆਂ ਨੂੰ ਘੋੜਿਆਂ ਨੂੰ ਵੀ ਪੱਠੇ ਪੈ ਗਏ, ਅਸੀਂ ਵੀ ਜਲ ਪਾਣੀ, ਤੇ ਇਹ ਬਾਜਾਂ ਨੇ ਕੀ ਖਾਣਾ? ਇਹ ਬਾਜਾਂ ਵਾਲਾ ਕਹਿੰਦੇ ਨਾ ਉਹਨੂੰ। ਉਹਨੇ ਫਿਰ ਹੱਥ ਜੋੜ ਕੇ ਆਖਿਆ ਪਾਤਸ਼ਾਹ ਕੰਮ ਦੋਵੇਂ ਨਹੀਂ ਹੋਣ ਦੇਣੇ, ਨਾ ਮੈਂ ਤੁਹਾਨੂੰ ਜਾਣ ਹੀ ਦੇਣਾ ਹੀ ਤੇ ਨਾ ਮੈਂ ਮਾਸ ਹੀ ਲਿਆਉਣਾ ਹੀ। ਮਾਰੇ ਕਹਿੰਦੇ ਇੱਕ ਮਿਆਨ 'ਚ ਦੋ ਤਲਵਾਰਾਂ ਨਹੀਂ ਪੈਣੀਆਂ ਮਹੰਤ ਜੈਤ ਰਾਮ ਜੀ। ਕਹਿੰਦੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਗੁਰੂ ਨਾਨਕ ਸਾਹਿਬ ਦਾ ਘਰ ਪਾ ਸਕਦਾ ਹੈ। ਇਹਦੇ ਘਰ ਕੋਈ ਘਾਟਾ ਨਹੀਂ ਹੂੰ, ਇਹ ਉਹ ਵੀ ਕਾਰਜ ਕਰ ਸਕਦਾ ਜਿਹੜਾ ਕਦੇ ਨਹੀਂ ਸੁਣਿਆ। ਕਹਿੰਦੇ ਫਿਰ ਇਦਾਂ ਕਿਰਪਾ ਕਰੋ, ਮੈਂ ਤੁਹਾਡੇ ਗੁਰੂਆਂ ਦਾ ਜੀਵਨ ਪੜ੍ਹਿਆ, ਜੇ ਗੁਰੂ ਅਮਰਦਾਸ ਆਪਣੀ ਉਮਰ ਗੁਰੂ ਰਾਮਦਾਸ ਦੀ ਝੋਲੀ 'ਚ ਪਾ ਸਕਦੇ ਤੇ ਇਹ ਕਿੱਡੀ ਕੁ ਗੱਲ ਆ, ਤੁਸੀਂ ਬਾਜਾਂ ਨੂੰ ਬਾਜਰਾ ਨਹੀਂ ਖਵਾ ਸਕਦੇ। ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਹੈ, ਉੱਥੇ ਗੁਰਦੁਆਰਾ ਜੇ ਵੀ ਜਾ ਕੇ ਦਰਸ਼ਨ ਕਰਿਓ, ਜਿੱਥੇ ਬਾਜਾਂ ਨੂੰ ਮਹਾਰਾਜ ਸਾਹਿਬ ਇੰਨੇ ਹੱਸੇ, ਕਹਿੰਦੇ ਮਹੰਤ ਜੀ ਤੁਹਾਡਾ ਪਿਆਰ ਜਿੱਤ ਗਿਆ, ਅਸੀਂ ਹਾਰ ਗਏ। ਉੱਥੇ ਬਾਜਾਂ ਨੂੰ ਬਾਜਰਾ ਖਵਾਤਾ ਸਤਿਗੁਰੂ ਮਹਾਰਾਜ ਜੀ ਨੇ, ਉਹਦੀਆਂ ਖੇਡਾਂ। ਇਸ ਕਰਕੇ ਕਈਆਂ ਦੀ ਬੁੱਧੀ ਮੈਂ ਕਹਿੰਦਾ ਰੱਬ ਵਾਰੇ ਵਾਰੇ ਜਾਵੇ, ਪਤਾ ਨਹੀਂ ਕਿੱਥੋਂ ਲੜ ਲੁੜ ਕੇ ਆ ਜਾਂਦੇ ਗੁਰਦੁਆਰੇ ਤਰਕ ਕਰਨ ਵਾਸਤੇ। ਹੈ ਮੈਂ ਕਿਹਾ ਵੀ 17-18 ਰੁਪਈਆ ਲੱਗਾ, ਲਿਆ ਤੂੰ ਵਿੱਚੋਂ 5000 ਸੇਵਾ ਪਾ ਦੇ। ਬਹਿ ਨਿਕਲ ਗਿਆ ਉਹ ਸਤਨਾਮ ਹੈ, ਆਪੇ ਰੱਜੀ ਮੈਂ ਆਪੇ ਮੇਰੇ ਬੱਚੇ ਜਿਹਨੇ ਕਰਨਾ ਕੱਖ ਨਹੀਂ ਤੇ ਹੋਣ ਦੇਣਾ ਨਹੀਂ। ਹੈ ਆਪ ਗੁਰਦੁਆਰੇ ਵੜਨਾ ਨਹੀਂ ਤੇ ਕਿਸੇ ਨੂੰ ਆਉਣ, ਆਪ ਸੇਵਾ ਕਰਨੀ ਨਹੀਂ ਤੇ ਕਿਸੇ ਨੂੰ ਕਰਨ ਦੇਣੀ ਨਹੀਂ। ਮੈਂ ਕਿਹਾ ਹੁਣ ਜਦੋਂ ਜਪਜੀ ਸਾਹਿਬ ਪੜ੍ਹੇਗਾ ਤੈਨੂੰ ਮੇਰਾ ਵੀ ਚੇਤਾ ਆਊਗਾ ਤੇ ਉਹ ਪੰਕਤੀ ਦਾ ਵੀ ਆਊਗਾ। ਅਸੀਂ 7 ਸਾਲ ਹੋ ਗਏ ਨਿਤਨੇਮ ਕਰਦਿਆਂ ਜੀ, ਇਹ ਤੇ ਪੰਕਤੀ ਇੱਕ ਨਹੀਂ ਸਵਾਰ ਕੇ ਆਪਾਂ ਪੜ੍ਹ ਸਕੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਹੱਸ ਪਏ ਹੌਲੀ ਹੌਲੀ। ਮਰਦਾਨਾ ਕਹਿੰਦਾ ਹੱਸ ਲਾ ਬਾਬਾ, ਕੋਈ ਨਾ, ਗਰੀਬ ਦੀ ਗਰੀਬੀ ਤੇ ਹੱਸ ਲਾ। ਮਹਾਰਾਜ ਸਾਹਿਬ ਕਹਿੰਦੇ ਮਰਦਾਨਿਆਂ ਤੇਰੇ ਤੇ ਨਹੀਂ ਹੱਸਦੇ ਓਏ, ਰੱਬ ਦੇ ਰੰਗਾਂ ਤੇ ਹੱਸਦੇ ਹਾਂ। ਬੈਨ ਪਨੇ ਰਸ ਹਾਸ ਵਿਖੈ ਤੁਮਰੀ ਸੁਧ ਕਿਆ ਕਹੀਏ ਮਰਦਾਨਾ। ਮਹਾਰਾਜ ਸੱਚੇ ਪਾਤਸ਼ਾਹ ਤੁਹਾਡਾ ਹਾਸਾ ਤੇ ਮੇਰੀ ਜਾਨ ਤੇ ਬਣੀ ਹੈ, ਮੈਨੂੰ ਭੁੱਖ ਨੇ ਸਤਾਇਆ, ਮੇਰੇ ਪ੍ਰਾਣ ਨਿਕਲ ਰਹੇ ਹੈ। ਤੇ ਮਹਾਰਾਜ ਕਹਿੰਦੇ ਮਰਦਾਨਿਆਂ ਤੇਰਾ ਕੀ ਹਾਲ ਹੈ? ਕਹਿੰਦੇ ਕੱਲਾ ਹਾਲ ਹੀ ਪੁੱਛੀ ਜਾਓਗੇ, ਮੇਰੀ ਤੇ ਚਾਲ ਵੀ ਵਿਗੜ ਚੱਲੀ ਹੈ, ਮੇਰੇ ਬਾਰੇ ਕੁਝ ਸੋਚ ਨਾ ਕਰੋ। ਤੁਸਨ ਕੀ ਨ ਚਲੇ ਗਤ ਦੀਨ ਹੋ ਤੋ ਕਮਲਾਨਨ ਸੋ ਕਮਲਾਨਾ। ਮਹਾਰਾਜ ਸੱਚੇ ਪਾਤਸ਼ਾਹ ਵੀ ਬੜਾ ਪਿਆਰ ਕਰਦੇ ਵੇਲੋ ਭਰਾ ਨੂੰ। ਮਹਾਰਾਜ ਹੋਰ ਉਹਨੂੰ ਛੇੜਦੇ, ਕਹਿੰਦੇ ਮਰਦਾਨਿਆਂ ਤੇਰਾ ਤੇ ਚਿਹਰਾ ਨਿੱਕਾ ਜਿਹਾ ਹੋ ਗਿਆ। ਇੱਕ ਵੇਖੋ ਪ੍ਰੇਮ ਸੀ ਨਾ ਰੱਬ ਦਾ। ਉਹ ਕਹਿੰਦਾ ਭੁੱਖ ਲੱਗੀ। ਮਹਾਰਾਜ ਕਹਿੰਦੇ ਮਰਦਾਨਿਆਂ ਤੁਰਦਾ ਕਿੱਦਾਂ ਹੋਏ, ਤੂੰ ਜਿੱਦਾਂ ਬਿਮਾਰ ਹੋਣਾ। ਤੂਸ਼ਨ ਕੀਨ ਚਲੇ ਗਤ ਦੀਨ ਹੁਤੋ ਕਮਲਾਲਨ ਸੋ ਕਮਲਾਨਾ। ਕਹਿੰਦੇ ਮਰਦਾਨਿਆਂ ਤੇਰਾ ਚਿਹਰਾ ਵੀ ਕਮਲਾ ਗਿਆ, ਤੇਰੀ ਤੋਰ 'ਚ ਵੀ ਫਰਕ ਪੈ ਗਿਆ ਈ, ਤੇ ਤੇਰੀਆਂ ਅੱਖਾਂ ਵੀ ਰੰਗ ਬਦਲ ਗਈਆਂ। ਤੂੰ ਜਗਤੇਸ਼ਵਰ ਸ੍ਰੀ ਪਰਮੇਸ਼ਵਰ ਵਿਆਪੈ ਭੂਖ ਪਿਆਸ ਨ ਥੋਰੀ। ਦੇਖੋ ਐਸਾ ਰੱਬ ਹੀ ਕਰ ਸਕਦਾ ਨਾ, ਨਾਲ ਭਰਾ ਹੋਵੇ ਮਰਦਾਨਾ। ਤੇ ਮਹਾਰਾਜ ਸਾਹਿਬ ਜਾਣਦੇ ਐ, ਉਹਨੂੰ ਸਭ ਪਤਾ। ਪਰ ਇੱਕ ਸਾਡੇ ਵਾਸਤੇ ਇਤਿਹਾਸ ਬਣਿਆ ਵੀ ਦੁੱਖ ਵਿੱਚ ਵੀ ਹੱਸਣਾ ਸਿੱਖੋ, ਭੁੱਖ ਵਿੱਚ ਵੀ ਹੱਸਣਾ, ਇਹ ਜ਼ਿੰਦਗੀ ਹੈ। ਜੇ ਰੋਣ ਲੱਗ ਪਏ ਤੇ ਰੋਗੀ ਹੋ ਜਾਣਾ ਆਪਾਂ। ਤੇ ਮੇਰੀ ਪੰਜਾਬੀ 'ਚ ਗੱਲ ਸੁਣ ਲਓ ਮਿੱਤਰੋ, ਹੱਸਦਿਆਂ ਦੇ ਘਰ ਵਸਦੇ। ਦੁਖੀ ਕੌਣ ਨਹੀਂ ਆ? ਮੈਂ ਨਹੀਂ ਦੁਖੀ, ਤੁਸੀਂ ਨਹੀਂ ਦੁਖੀ, ਸਾਰੇ ਦੁਖੀ ਹੈ। ਮਹਾਰਾਜ ਦੀ ਬਾਣੀ ਕਹਿੰਦੀ ਨਾਨਕ ਦੁਖੀਆ ਸਭ ਸੰਸਾਰ। ਰੱਬ ਦੇ ਵਿਜੋਗ 'ਚ ਰੋਣਾ ਸਿੱਖ ਲਓ, ਦੁਨੀਆ ਦੇ ਸੰਜੋਗ 'ਚ ਹੱਸਣਾ ਸਿੱਖ ਲਓ। ਦੋ ਗੱਲਾਂ ਜ਼ਿੰਦਗੀ ਨਾਲ ਪੱਲੇ ਬੰਨ ਲਓ। ਕੀ ਜੀ? ਰੱਬ ਦੇ ਵਿਜੋਗ 'ਚ ਜਦੋਂ ਰੋਣਾ ਆਵੇ ਨਾ, ਉਹਦੀ ਯਾਦ 'ਚ ਰਜ ਰਜ ਕੇ ਰੋ। 2-2, 3-3, 4-4, 5-5, 6-6, 7-7 ਘੰਟੇ ਰੋ ਰੋ ਰੋ, ਪਰ ਰੋ ਉਹਦੀ ਯਾਦ 'ਚ। ਹਾਂ ਤਰ੍ਹਾਂ ਚੜ੍ਹਦੀ ਕਲਾ ਹੁੰਦੀ ਆ।
ਤੂੰ ਕਹਿੰਦੇ ਰੋਣਾ ਤੇ ਰੱਬ ਦੀ ਯਾਦ 'ਚ ਰੋ, ਦੁਨੀਆ ਦਾ ਕਰਕੇ ਰੋਣ ਦਾ ਕੋਈ ਫਾਇਦਾ। ਹੱਸੋ ਦੁਨੀਆ ਦੇ ਵਿੱਚ, ਕਿਉਂਕਿ ਹੱਸਦਿਆਂ ਦੇ 4 ਦਿਨ ਵਿਰਾਗ ਕਰ ਲਓ, ਤੁਹਾਨੂੰ ਲੋਕਾਂ ਬੁਲਾਉਣ ਵੜ ਜਾਣਾ, ਕਹਿਣਾ ਇਹਦੇ ਕੀ ਮੱਥੇ ਲੱਗਣਾ, ਇਹ ਤੇ ਰੋਈ ਜਾਂਦਾ। ਗਰੰਟੀ ਆ ਮੇਰੀ, ਤੁਹਾਡੇ ਕੋਲ ਕੱਖ ਨਹੀਂ, ਹੱਸ ਕੇ ਰਹੋ ਕੁਝ, ਤੁਹਾਨੂੰ ਹਰ ਕੋਈ ਕਹੂ ਵੀ ਬੰਦਾ ਵਧੀਆ, ਇਹਦੇ ਕੋਲ ਚੱਲਦੇ ਆ। ਸੋ ਇਸ ਕਰਕੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਮਰਦਾਨਾ ਜੀ ਫਿਰ ਕੀ ਹਾਲ ਹੈ ਤੇਰਾ। ਮਰਦਾਨੇ ਨੇ ਚੁੱਪ ਤੋੜੀ, ਕਹਿੰਦਾ ਗੁਰੂ ਨਾਨਕ ਸਾਹਿਬ ਤੂੰ ਰੱਬ ਹੈ, ਤੂੰ ਪਰਮੇਸ਼ਵਰ ਹੈ, ਪਰ ਮੈਨੂੰ ਇੱਕ ਗੱਲ ਦੱਸ ਵੀ ਤੈਨੂੰ ਭੁੱਖ ਨਹੀਂ ਲੱਗਦੀ ਹੈ। ਉਹ ਸਤਨਾਮ। ਗੁਰੂ ਨਾਨਕ ਸਾਹਿਬ ਨੂੰ ਮਰਦਾਨਾ ਜੀ ਪੁੱਛਦੇ ਬਾਬਾ ਤੈਨੂੰ ਭੁੱਖ ਨਹੀਂ ਲੱਗਦੀ। ਭੋਜਨ ਕੀ ਨਹ ਚਾਹੇ ਕਬੈ ਮਗ ਸੰਗਤ ਕਿਉ ਨਿਭੈ ਅਬ ਤੋਰੀ। ਤੇ ਬਾਬਾ 3 ਰਾਤਾਂ 3 ਦਿਨ ਹੋ ਗਏ ਤੇਰੇ ਨਾਲ, ਪਰ ਤੈਨੂੰ ਕੋਈ ਫਰਕ ਨਹੀਂ ਪਿਆ, ਨਾ ਤੂੰ ਪਾਣੀ ਛਕਿਆ ਰਸਤੇ 'ਚ ਕਿਤੇ, ਨਾ ਪ੍ਰਸ਼ਾਦਾ ਹੈ, ਤੇਰਾ ਵੀ ਸਰੀਰ ਮੇਰੇ ਕੰਨੀ ਹੈ। ਹੁਣ ਉਹ ਧਿਆਨ ਨਾਲ ਕਥਾ ਸੁਣ ਜਿਹੜੇ ਕਹਿੰਦੇ ਗੁਰੂ ਨਾਨਕ ਸਾਹਿਬ ਬੰਦਾ ਹੈ। ਆਹ ਫਰਕ ਜੇ ਮਰਦਾਨੇ ਦੇ ਵਿੱਚ ਤੇ ਰੱਬ ਵਿੱਚ। ਕਈ ਪਤਾ ਕਹਿ ਦੇਣਗੇ ਗੁਰੂ ਨਾਨਕ ਸਾਹਿਬ ਮਨੁੱਖ ਸੀ, ਬੰਦੇ ਸਨ, ਆਮ ਹੀ ਸਨ, ਆਪਣੇ ਵਰਗੇ ਸਨ। ਆਖੋ ਸਤਨਾਮ। ਆਪਣੇ ਵਰਗੇ ਨਹੀਂ ਸੀ, ਨਹੀਂ ਸੀ ਆਪਣੇ ਵਰਗੇ। ਭਾਈ ਰਣਜੀਤ ਸਿੰਘ ਜੀ ਹੋਣਾ ਵੀ ਇਹ ਬਚਨ ਕੀਤਾ, ਕਹਿੰਦੇ 10 ਗੁਰੂ ਆਪਣੇ ਵਰਗੇ, ਪਰ ਨਹੀਂ ਸਜਣਾ ਆਪਣੇ ਵਰਗੇ ਨਹੀਂ ਸਨ। ਗੁਰੂ ਸਾਹਿਬ ਦੀਆਂ ਰੀਸਾਂ ਨਹੀਂ ਕੋਈ ਕਰ ਸਕਦਾ। ਸਤਿਗੁਰੂ ਕੀ ਰੀਸ ਹੈ ਹੋਰ, ਕੱਚ ਪਿੱਚ ਬੋਲਦੇ ਸੇ ਕੂੜਿਆਰ ਕੂੜੇ ਝਾੜ ਪੜੀਆ। ਨਹੀਂ ਆਪਣੇ ਵਰਗੇ ਸਨ। ਮਰਦਾਨੇ ਨੇ ਅੱਜ ਕਲੀਅਰ ਕਰਤਾ ਵੀ ਗੁਰੂ ਨਾਨਕ ਸਾਹਿਬ ਆਪਣੇ ਵਰਗੇ। ਮਹਾਰਾਜ 3 ਰਾਤਾਂ 3 ਦਿਨ ਹੋ ਗਈਆਂ, ਨਾ ਤੇ ਤੁਹਾਡਾ ਚਿਹਰਾ ਹੀ ਫਿੱਕਾ ਪਿਆ, ਨਾ ਤੁਹਾਡੀ ਚਾਲ 'ਚ ਹੀ ਫਰਕ ਪਿਆ, ਨਾ ਤੁਹਾਡੇ ਬੋਲਾਂ 'ਚ ਹੀ ਫਰਕ ਪਿਆ, ਤੇ ਨਾ ਤੁਹਾਡੇ ਨੇਤਰਾਂ 'ਚ। ਮੈਨੂੰ ਇਸ ਗੱਲ ਦਾ ਜਵਾਬ ਦੇ ਦਿਓ। ਬਾਸੁਰ ਤੀਨ ਬਤੀਤ ਭਈ ਬਿਨ ਅੰਨ ਬਿਆਕੁਲ ਹੈ ਗਤ ਮੋਰੀ। ਕਹਿੰਦੇ ਸਾਹਿਬਾਂ ਤੈਨੂੰ ਕੋਈ ਫਰਕ ਨਹੀਂ ਪੈਣਾ ਤੇ ਮੇਰਾ ਕੱਖ ਨਹੀਂ ਰਹਿਣਾ। ਤੇਰੀ ਗਤ ਤੂੰ ਜਾਣਦਾ ਹੈ, ਪਰ ਬਾਬਾ ਮੈਂ ਸੱਚ ਕਹਿਣਾ ਏ, ਮੇਰੇ ਅੰਦਰ ਦੀ ਖੇਡ ਰੁਕਦੀ ਜਾ ਰਹੀ ਹੈ, ਮੇਰੇ ਕੋਲੋਂ ਹੋਰ ਸਬਰ ਨਹੀਂ ਹੁੰਦਾ। ਅੰਤਕ ਓਕਸ਼ ਸ਼ੋਕ ਅਰੋਗ ਹੀ ਜਾਵਾਂਗੇ ਮਮ ਪ੍ਰਾਨ ਅਚੋਰੀ। ਕਹਿੰਦੇ ਬਾਬਾ ਜੇ ਮੈਂ ਪ੍ਰਾਣ ਤਿਆਗ ਗਿਆ ਨਾ, ਜਮਾਂ ਦੇ ਘਰ 'ਚ ਚਲ ਗਿਆ, ਤੇ ਫਿਰ ਤੈਨੂੰ ਮੇਰੇ ਮਗਰੋਂ ਵਿਰਾਗ ਕਰਨਾ ਪਵੇਗਾ। ਬਾਬੇ ਨਾਨਕ ਨੂੰ ਮਰਦਾਨਾ ਕਹਿੰਦਾ ਤੈਨੂੰ ਫਿਰ ਮੇਰੀ ਜਦੋਂ ਯਾਦ ਆਊਗੀ ਤੇ ਫਿਰ ਰੋਇਆ ਕਰੀ। ਤੇ ਮਹਾਰਾਜ ਹੋਰ ਹੱਸਦੇ ਪਏ ਐ। ਕੈਸੀਆਂ ਕਥਾ ਮਹਾਰਾਜ ਜੀ ਦੀਆਂ ਸੁੰਦਰ। ਬਿਗਸੇ ਸੁਨ ਬੈਨ ਗੁਰੂ ਗੁਣ ਐਨ ਦਇਆ ਜਿਹ ਨੈਨ ਰਹੀ ਸਭ ਸਾਈ। ਕਵੀ ਜੀ ਕਹਿੰਦੇ ਮਰਦਾਨੇ ਨੇ ਆਖਿਆ ਨਾ ਬਾਬਾ ਮੈਂ ਟੁਰ ਜਾਣਾ ਦੁਨੀਆ ਤੋਂ, ਤੇ ਫਿਰ ਤੈਨੂੰ ਮੇਰੀਆਂ ਯਾਦਾਂ ਆਉਣੀਆਂ ਤੇ ਤੂੰ ਰੋਇਆ ਕਰਨਾ ਹੀ। ਜਿੱਦਾਂ ਘਰ 'ਚ ਕੀ ਬਾਪੂ ਕਹਿੰਦਾ ਨਾ ਬੇਬੇ ਪੁੱਤ ਆਖੇ ਨਹੀਂ ਨਾ ਲੱਗਦੇ, ਜਿੱਦਣ ਅਸੀਂ ਤੁਰ ਗਏ ਅੱਖਾਂ 'ਚ ਕਸੁੰਨ ਦੇ ਰਹੋਗੇ। ਇੱਦਾਂ ਕਹਿੰਦੇ ਹੁੰਦੇ ਨਾ ਵੱਡੇ ਆਪਣੇ, ਕਹਿਣਾ ਫਿਰ ਅੱਖਾਂ 'ਚ ਕਸੁੰਨ ਦੇ ਰਹੋਗੇ, ਆਖੇ ਲੱਗੋ। ਮਰਦਾਨਾ ਵੀ ਆਪਣੇ ਰੱਬ ਨੂੰ ਕਹਿੰਦਾ ਜੇ ਮੈਂ ਤੁਰ ਗਿਆ ਨਾ ਤੈਨੂੰ ਫੇਰ ਪਤਾ ਲੱਗੂ ਮੇਰੀ ਕਦਰ ਦਾ। ਤੇਰੀ ਰਬਾਬ ਨਹੀਂ ਕਿਸੇ ਵਜਾਉਣੀ, ਤੇਰੇ ਨਾਲ ਕਿਸੇ ਨਹੀਂ ਤੁਰਨਾ, ਨਾ ਤੇਰਾ ਕਿਸੇ ਨੇ ਸਾਥ ਹੀ ਲੈਣਾ, ਤੈਨੂੰ ਮੇਰੀ ਯਾਦ ਆਊ। ਜਦੋਂ ਇੰਨੀ ਗੱਲ ਕਹੀ ਬਿਗਸੇ ਸੁਨ ਬੈਨ ਗੁਰੂ ਐਨ ਦੈਨ ਜਹੇ ਨੈਨ ਰਹੀ ਸ਼ਬ। ਮਹਾਰਾਜ ਸਾਹਿਬ ਜੀ ਮੁਸਕਰਾ ਪਏ, ਉੱਚੀ ਉੱਚੀ ਹੱਸ ਪਏ। ਗੁਰੂ ਨਾਨਕ ਸਾਹਿਬ ਬੜੇ ਪਿਆਰ ਦੇ ਵਿੱਚ ਕਹਿੰਦੇ ਮਹਾਰਾਜ ਦੇ ਨੈਣਾਂ ਦੇ ਵਿੱਚ ਦਇਆ ਛਾਈ ਹੈ। ਤੁਝ ਕੋ ਮ੍ਰਿਤੂ ਹੋਵਨ ਦੇਹ ਨਹੀਂ, ਮਰ ਜਾਵੇ ਜੇ ਤਬ ਲੈ ਜਿਵਾਈ। ਉਹ ਕਹਿੰਦੇ ਪਿਆਰ ਮਾਰੇ, ਕਹਿੰਦੇ ਮਰਦਾਨਿਆਂ ਪਹਿਲੀ ਗੱਲ ਤੇ ਮੈਂ ਤੈਨੂੰ ਮਰਨ ਨਹੀਂ ਦਿੰਦਾ। ਪਹਿਲੀ ਗੱਲ ਮੈਂ ਤੈਨੂੰ ਮਰਨ ਨਹੀਂ ਦਿੰਦਾ, ਜੇ ਬਾਈ ਵਿਦਾ ਤੂੰ ਮਰ ਵੀ ਗਿਆ ਤੇ ਮੈਂ ਜਿਉਂਦਾ ਕਰ ਲਾਂਗਾ। ਵੇਖੋ ਇਹਨੂੰ ਕਹਿੰਦੇ ਭਰੋਸਾ। ਇਹ ਮਰਦਾਨੇ ਨੂੰ ਨਹੀਂ ਤੁਹਾਨੂੰ ਕਹਿੰਦਾ ਮਾਰੇ ਕਥਾ 'ਚ ਵੀ ਮੈਨੂੰ ਪਿਆਰ ਜਿਹੜਾ ਕਰਦਾ ਨਾ ਗੁਰੂ ਨਾਨਕ ਸਾਹਿਬ ਨੂੰ, ਐਦਾਂ ਘੁੱਟ ਕੇ ਲੜ ਫੜ ਲੈਂਦਾ ਗੁਰੂ ਨਾਨਕ ਸਾਹਿਬ ਦਾ। ਮਹਾਰਾਜ ਕਹਿੰਦੇ ਮੈਂ ਉਹਨੂੰ ਕਦੇ ਡਿੱਗਣ ਨਹੀਂ ਦਿੰਦਾ। ਕਹਿੰਦੇ ਬੜੇ ਮੇਰੀਆਂ ਲੱਤਾਂ ਖਿੱਚਣ ਦੇ ਆ। ਕਹਿੰਦੇ ਡਿੱਗਦਾ ਕਿਉਂ ਨਹੀਂ ਹੈ? ਕਿਸੇ ਨੇ ਆਖਿਆ ਓਏ ਤੁਸੀਂ ਲੱਤਾਂ ਹੀ ਖਿੱਚੀ ਜਾਂਦੇ, ਇਹਦੀ ਬਾਂਹ ਵੱਲ ਵੇਖੋ। ਜਦੋਂ ਬਾਂਹ ਵੱਲ ਵੇਖਿਆ ਤੇ ਕੀ ਨਜ਼ਰ ਆਇਆ? ਮੇਰੀ ਬਾਂਹ ਗੁਰੂ ਨਾਨਕ ਸਾਹਿਬ ਦੇ ਹੱਥ 'ਚ।
ਉਹ ਨਹੀਂ ਡਿੱਗਣ ਦਿੰਦਾ। ਮਾਰੇ ਕਹਿੰਦੇ ਮਰਦਾਨਿਆਂ ਪਹਿਲੀ ਗੱਲ ਤੇ ਤੂੰ ਮਰਦਾ ਨਹੀਂ, ਜੇ ਤੂੰ ਮਰ ਵੀ ਗਿਆ ਤੇ ਜਿਉਂਦਾ ਕਰ ਲਵਾਂਗੇ। ਤਹ ਆਗ ਕਬੂਟ ਬਿਲੋਕ ਬਡੋ ਤਹ ਕਾਲ ਬਿਕੈ ਮੁਖ ਬਾਣੀ ਅਲਾਈ। ਕਹਿੰਦੇ ਐਸੇ ਸੁੰਦਰ ਮਹਾਰਾਜ ਦੇ ਬਚਨ ਮੁਖ ਚੋਂ ਨਿਕਲੇ, ਮਰਦਾਨੇ ਨੇ ਸਰਵਣ ਕੀਤੇ ਹਨ। ਫਲ ਲੇਹੋ ਵਿਸਾਲ ਅਚੋ ਤਤਕਾਲ ਅਗਾਵੋ ਪੀਟ ਸ਼ੁਦਾ ਮਿਟ ਜਾਈ। ਮਹਾਰਾਜ ਸੱਚੇ ਪਾਤਸ਼ਾਹ ਜੀ ਹੱਸਦੇ ਹੱਸਦੇ ਚੁੱਪ ਹੋ ਗਏ। ਕਹਿੰਦੇ ਮਰਦਾਨਿਆਂ ਉਹ ਸਾਹਮਣੇ ਅੱਕ ਦਾ ਬੂਟਾ ਦੀਦਾ ਹੀ, ਕਹਿੰਦੇ ਮਹਾਰਾਜ ਦਿਸਦਾ ਹੈ, ਤੇ ਉਹਨੂੰ ਲੱਗੇ ਹੁੰਦੇ ਨਾ ਉਹ ਅੰਬਾਂ ਵਰਗੇ, ਹਾਂਜੀ ਖਖੜੀਆਂ, ਅੰਬ ਵੀ ਦੂਰੋਂ ਲੱਗਦਾ ਅੰਬ। ਮਹਾਰਾਜ ਸੱਚੇ ਪਾਤਸ਼ਾਹ ਪਿਤਾ ਨਾਨਕ ਜੀ ਕਹਿੰਦੇ ਮਰਦਾਨਿਆਂ ਉਹ ਜਿਹੜੇ ਫਲ ਲੱਗੇ ਆ ਨਾ ਉਹਨਾਂ ਨੂੰ ਤੋੜ ਕੇ ਲੈ ਤੇ ਛਕ ਲੈ, ਤੇਰੀ ਭੁੱਖ ਲੈ ਜਾਵੇਗੀ। ਸੋਰਠਾ ਹਸੀ ਕਰਤ ਮਮ ਸਾਤ ਮਾਰੋ ਏ ਖਵਾਏ ਕੈ। ਮਰਦਾਨਾ ਹੱਥ ਜੋੜ ਕੇ ਕਹਿੰਦਾ ਰੱਬ ਦਾ ਵਾਸਤਾ ਆ ਕਿਹੜਾ ਵੈਰ ਲੈਣ ਲੱਗਾ ਏ ਜਿਹੜਾ 4 ਘੜੀਆਂ ਨੂੰ ਮਰਨਾ, ਹੁਣੇ ਮਾਰਨਾ ਹੀ। ਮਹਾਰਾਜ ਸੱਚੇ ਪਾਤਸ਼ਾਹ ਨੂੰ ਮਰਦਾਨਾ ਕਹਿੰਦਾ ਕਿਉਂ ਮੇਰਾ ਮਜ਼ਾਕ ਉਡਾਉਣੇ ਐ, ਉਦਾਂ ਤੇ 4 ਦਿਨ ਕੱਢ ਜੂੰਗਾ, ਪਰ ਆ ਹੁਣ ਅੱਕ ਖਵਾ ਕੇ ਤੇ ਘੜੀ 'ਚ ਹੀ ਮਾਰੇਗਾ। ਹਾਂ ਹੁਣ ਤੂੰ ਮੇਰੇ ਨਾਲ ਕਿਹੜੀ ਦੁਸ਼ਮਣੀ ਕੱਢਣੀ ਹੈ। ਕੈਸਾ ਸੁੰਦਰ ਸਮਾਂ ਹੋਊਗਾ ਨਾ ਸੰਗਤੇ, ਆਪਾਂ ਦੇ ਸਾਰੇ ਚਿੰਤਾ ਝੋਰੇ ਨਿੰਦਿਆ ਚੁਗਲੀਆਂ ਈਰਖਾ 'ਚ ਸੜੇ ਪੈ ਦਿਨੇ ਰਾਤ। ਮੈਨੂੰ ਹੋਰ ਨਹੀਂ ਪਤਾ, ਤੁਸੀਂ ਆਪਣੇ ਆਪ ਪਿਆਰੇ ਹੋ। ਜਿੰਨਾ ਆਪਾਂ ਅੱਜ ਹੱਸੇ ਆ ਅੰਦਰੋਂ, ਹੱਸੀ ਦਾ ਤੇ ਉਦਾਂ ਵੀ ਆ, ਅੱਜ ਗੁਰੂ ਨੇ ਹਸਾਇਆ। ਤੇ ਲੋਕੀ ਕਪਲ ਦਾ ਸ਼ੋਅ ਵੇਖਣ ਜਾਂਦੇ 25-25 30-30 ਹਜ਼ਾਰ ਟਿਕਟ ਲੈਂਦੇ ਨੇ, ਬੱਚਿਆਂ ਨੂੰ ਪਤਾ 40-40 ਹਜ਼ਾਰ ਦੀ ਟਿਕਟ ਆ, ਤੇ ਉੱਥੇ ਸਿਰਫ ਘੰਟੇ ਡੇਢ ਦਾ ਸ਼ੋਅ ਆ, ਤੇ ਉਹ ਕੀ ਕਰਦਾ ਝੂਠੀਆਂ ਗੱਲਾਂ ਕਰ ਲੋਕਾਂ ਨੂੰ ਹਸਾਉਂਦਾ, ਨਕਲੀ ਹਾਸਾ। ਉਹ ਕਈਆਂ ਨੂੰ ਕਈ ਯੋਗਾ ਕਰਨ ਲਈ ਕਹਿੰਦੇ ਨਾ ਤੁਸੀਂ ਪਾਰਕ 'ਚ ਕਰਨਾ ਹਾ 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 ਐਦਾਂ ਹੱਸਣਾ। ਮਹਾਰਾਜ ਕਹਿੰਦੇ ਗੁਰਦੁਆਰੇ ਆ ਜਾ, ਨਕਲੀ ਨਹੀਂ ਤੈਨੂੰ ਅਸਲੀ ਹਾਸਾ ਦੱਸਾਂਗੇ ਕਿਵੇਂ। ਆਓ ਇਹ ਥਾਂ ਥਾਂ ਤੇ ਗਰਦਨ ਝੁਕਾਉਣ ਵਾਲਿਆ, ਅੱਜ ਤੇਰੀ ਅਣਖ ਨੂੰ ਮਗਰੂਰ ਹੁੰਦਾ ਵੇਖਣਾ, ਤੇਰੇ ਨੇਤਰਾਂ 'ਚ ਪਾ ਕੇ ਮੈਂ ਅੰਮ੍ਰਿਤ ਦੇ ਛਿੱਟੇ ਤੇਰੇ ਨੈਣਾਂ ਨੂੰ। ਐਵੇਂ ਨਹੀਂ ਸੰਤਾਂ ਸਾਧੂਆਂ ਨੂੰ ਸੋਨੇ ਦੀਆਂ ਗੱਡੀਆਂ ਦੁਨੀਆ ਦਿੰਦੀ। ਆਪਾਂ ਨੂੰ ਕੀ ਦੁੱਖ ਆਉਂਦਾ ਨਾ ਫਲਾਣੇ ਸਾਧੂ ਨੂੰ ਵੇਖੋ ਜੀ ਸੋਨੇ ਦੀ ਕੁਰਸੀ ਭੇਟਾ ਕੀਤੀ, ਉਹ ਜੀ 35 ਲੱਖ ਦੀ ਗੱਡੀ ਬਾਬੇ ਨੂੰ। ਐਵੇਂ ਨਹੀਂ ਕੋਈ ਦਿੰਦਾ। ਕਮਲਿਓ ਤੁਹਾਨੂੰ 2 ਲੱਖ ਰੁਪਈਏ ਦਾ ਫਾਇਦਾ ਹੋਵੇ ਤੇ ਤਾਂ ਵੀ ਇੰਨਾ ਹਾਸਾ ਨਹੀਂ ਆਉਂਦਾ ਜਿੰਨਾ ਰੱਬ ਦੇ ਪਿਆਰੇ ਤੁਹਾਨੂੰ ਗੁਰੂ ਦੀ ਹਜ਼ੂਰੀ 'ਚ ਹਸਾਉਂਦੇ ਆ। ਲੈ ਤੁਸੀਂ ਆਪਦੇ ਜਵਾਕਾਂ ਲਈ ਦਿਨੇ ਰਾਤ ਖਪਦੇ ਜੇ, ਮੈਂ ਲਿਖ ਕੇ ਦਿੰਦਾ, ਮੈਂ ਵੀ ਗ੍ਰਿਸ਼ਤੀ ਆ। ਕਿੰਨਾ ਆਪਾਂ ਪਰਿਵਾਰ ਲਈ ਖਪਦੇ ਆ, ਸਾਰੀ ਜ਼ਿੰਦਗੀ ਲਈ। ਉਸ ਪਰਿਵਾਰ ਨੇ ਤੈਨੂੰ ਰਵਾਇਆ ਉਹ ਹਸਾਇਆ ਨਹੀਂ ਉਹ। ਇਹ ਗਰੰਟੀ ਆ। ਜਿੰਨੀ ਕੁ ਮੇਰੀ ਉਮਰ ਦਾ ਤਜਰਬਾ ਨਾ, ਜਿਨ੍ਹਾਂ ਨੂੰ ਆਪਾਂ ਆਪਣੇ ਕਹਿੰਦੇ ਆ ਤੇ 18-19 ਘੰਟੇ ਖਾਵਦੇ, ਗੁਰੂ ਕੋਲ 10 ਮਿੰਟ ਨਹੀਂ ਬਹਿੰਦਾ। ਤੇ ਉਹਨਾਂ ਨੇ ਤੁਹਾਨੂੰ ਰਵਾਇਆ ਉਹ ਰੱਜ ਰੱਜ ਕੇ ਧੱਕੇ ਦੇ ਕੇ, ਹਸਾਇਆ ਨਹੀਂ। ਇਹ ਸਾਧੂਆਂ ਦੇ ਹਿੱਸੇ ਆਇਆ ਰੋਂਦੀ ਦੁਨੀਆ ਨੂੰ ਹਸਾਉਣਾ, ਜਾਂ ਗੁਰੂ ਨਾਨਕ ਦੇ। ਐਵੇਂ ਨਹੀਂ ਫਿਰ ਸਾਧੂ ਸੰਤਾਂ ਨੂੰ ਦੁਨੀਆ ਪਿਆਰ ਕਰਦੀ। ਸੋਨੇ ਦੇ ਕੜੇ, ਸੋਨੇ ਦੀਆਂ ਛਾਪਾਂ, ਉੱਥੇ ਮੇਰੇ ਵਰਗੇ ਦਾ BP ਲੋ ਹੁੰਦਾ, ਉਹ ਫਿਰ ਨਿੰਦਿਆ ਕਰਦਾ, ਕਹਿੰਦੇ ਜੀ ਬਾਬੇ ਨੂੰ ਲੋਕਾਂ ਛਾਪਾਂ ਪਾਈਆਂ। ਐਵੇਂ ਥੋੜਾ ਪਾਉਂਦਾ ਕੋਈ, ਤੂੰ ਮੈਨੂੰ ਨਹੀਂ ਪਾ ਦਿੰਦੇ ਤੁਸੀਂ। ਆਖੋ ਸਤਿਨਾਮ ਹੈ। 100 ਰੁਪਈਆ ਰੱਖ ਕੇ 90 ਚੌਕੇ ਲਿਜਾਂਦੇ ਕਿ ਨਹੀਂ। ਕਥਾ ਕਰਦੇ ਆ, ਅਗਲਿਆਂ ਦੇ ਕੋਲ ਕੁਝ ਹੈਗਾ ਏ, ਕੋਈ ਕਮਾਈ ਪਿਛਲੀ ਤੇ ਕੋਈ ਦਿੰਦਾ, ਨਹੀਂ ਤੇ ਕੌਣ ਦਿੰਦਾ ਹੀ। ਬਾਬੇ ਨਾਨਕ ਨੇ ਵੀ ਛਾਪ ਦਿੱਤੀ ਸੀ ਸਾਧੂਆਂ ਨੂੰ, ਪਤਾ ਤੁਹਾਨੂੰ। ਇਹ ਕਥਾ ਪਿੱਛੇ ਲੰਘ ਚੁੱਕੀ ਆ। ਉਹਨਾਂ ਕੀਰਤਨ ਕੀਤਾ ਸੀ ਤੇ ਮਹਾਰਾਜ ਨੇ ਸੁਣਿਆ ਤੇ ਸਾਰੀ ਸੰਗਤ ਨੇ ਪਿਆਰ ਦਿੱਤਾ, ਤੇ ਮਹਾਰਾਜ ਨੇ ਜੇਬ 'ਚ ਹੱਥ ਪਾਇਆ, ਜੇਬਾਂ ਖਾਲੀ ਸੀ। ਮਹਾਰਾਜ ਸੈਰ ਕਰਕੇ ਆਏ ਤੇ ਮੋਟੀ ਸਾਰੀ ਉਂਗਲ ਮਾਤਾ ਤ੍ਰਿਪਤਾ ਪਟਵਾਰੀ ਦਾ ਪੁੱਤ ਸੀ ਬਾਬਾ, ਬੜੀ ਮਹਿੰਗੀ 40-50 ਹਜ਼ਾਰ ਦੀ ਮੁੰਦਰੀ, ਜਿਹਦੇ 'ਚ ਨਗ ਜੜੇ ਹੋਏ ਸੀ। ਲਾਡਲਾ ਪੁੱਤ ਸਮਝ ਕੇ ਬਾਬੇ ਨਾਨਕ ਨੇ ਉਂਗਲ 'ਚੋਂ ਬਾਹਰ ਕੱਢੀ ਤੇ ਸਾਧੂ ਦੇ ਬਾਜੀ ਤੇ ਰੱਖ ਦਿੱਤੀ। ਤੇ ਉਹਨੇ ਆਖਿਆ, ਸਾਧੂ ਸੰਤੋਖੀ ਸੀ, ਮੇਰੇ ਵਰਗਾ ਹੁੰਦਾ ਚੁੱਕ ਕੇ ਜੇਬ 'ਚ ਪਾ। ਉਹਨੇ ਕਿਹਾ ਬੇਟਾ ਸਾਡੇ ਕਿਸੇ ਕੰਮ ਨਹੀਂ, ਅਸੀਂ ਕਿਹੜਾ ਵਿਆਹ ਸ਼ਾਦੀਆਂ 'ਚ ਜਾਣਾ, ਤੈਨੂੰ ਘਰੋਂ ਕੁੱਟ ਪੈਣੀ। ਬਾਬੇ ਨਾਨਕ ਨੂੰ ਸਾਧੂ ਕਹਿੰਦਾ ਤੈਨੂੰ ਘਰੋਂ ਕੁੱਟ ਪੈਣੀ, ਇਹ ਮਹਿੰਗੀ ਬਹੁਤ ਹੈ। ਬਾਬੇ ਨੇ ਪਤਾ ਕੀ ਆਖਿਆ, ਕਹਿੰਦੇ ਬਾਬਾ ਜਿਹੜੇ ਤੂੰ ਬਚਨ ਸੁਣਾਏ ਇਦੋਂ ਵੀ ਮਹਿੰਗੇ ਆ। ਹਰ ਆਪ ਮੁੱਲਕ ਹੈ।
ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਮੁੱਲ ਭੰਡਾਰ, ਅਮੁੱਲ ਆਵੇ ਅਮੁੱਲ ਲੈ ਜਾਹੇ, ਅਮੁੱਲ ਭਾਏ ਅਮੁੱਲਾ ਸਮਾਏ। ਇਹ ਕਿਹੜੀ ਬਾਣੀ ਆ? ਜਪਜੀ ਸਾਹਿਬ ਦੀ ਹੈ ਨਾ। ਆਪਣੀ ਛਾਪ ਤੇ ਗੜਵੀ ਸਾਧਾਂ ਨੂੰ ਫੜਾ ਹੁੰਦਾ ਸੀ, ਲਾ ਕੇ ਆਪਣੀ ਕੰਬਲੀ ਤੂੰ ਨੰਗਿਆਂ ਤੇ ਪਾ। ਵਾਹ ਓਏ ਮੇਰੇ ਮੋਦੀਆ, ਤੂੰ ਮੋਦੀ ਖਾਨਾ ਤੇਰੇ ਜਿਹਾ ਸੌਦਾ ਮੁੜ ਕੇ ਨੀ ਕਿਸੇ ਤੋਲਿਆ। ਤੇਰੇ ਜਿਹਾ ਸੌਦਾ ਮੁੜ ਕੇ ਨੀ। ਮਹਾਰਾਜ ਵਰਗਾ ਸੌਦਾ। ਮਹਾਰਾਜ ਕਹਿੰਦੇ ਮਰਦਾਨਾ ਕਹਿੰਦਾ ਹੱਥ ਜੋੜੇ ਬਾਬਾ ਕਿਉਂ ਮਾਰਨ ਲੱਗਾ ਹੈ? ਅੱਗੇ ਤੇ 4 ਘੜੀਆਂ ਕੱਢਣੀਆਂ ਤੇ ਤੂੰ ਅੱਕ ਖਵਾਉਂਦਾ ਹੈ। ਕੈਸੇ ਖਾਵੋ ਨਾਥ ਅਰਕ ਫਲਨ ਮ੍ਰਿਤੂ ਕੋ ਕਰੇ। ਕਹਿੰਦੇ ਬਾਬਾ ਖਾਂਦਿਆਂ ਸਾਰ ਮੇਰੀ ਮੌਤ ਹੋ ਜਾਣੀ ਹੈ, ਮੈਂ ਮਰ ਜਾਵਾਂਗਾ ਇਹ ਅੱਕ ਖਾ ਕੇ। ਸਵਈਆ ਕਮਲਾਨਨ ਵਾਕ ਕਹਿ ਸਮਿਤੰ, ਤੁਮ ਖਾਵੋ ਖਾਏ ਸੋ ਜਾਏ ਜਿਤੇ। ਮਹਾਰਾਜ ਕਹਿੰਦੇ ਮਰਦਾਨਿਆ ਮੈਂ ਤੈਨੂੰ ਵੀਰ ਆਖਿਆ, ਜਿੱਦਣ ਤੇਰੀ ਮਾਂ ਤੋਂ ਤੇਰਾ ਹੱਥ ਮੰਗਿਆ ਸੀ ਨਾ, ਉਹਨੇ ਕਿਹਾ ਸੀ ਬਾਬਾ ਮੇਰੇ 5-6 ਪੁੱਤ ਮਰ ਗਏ ਐ, ਲੈਣਾ ਇਹਨੂੰ ਵੀ ਮੌਤ ਨੇ ਚੁੱਕ ਬਾਬਾ। ਮੋਇਆਂ ਵਾਂਗਰਾਂ ਫਿਰਦੀਆਂ ਉਹ ਮਾਵਾਂ ਮਰ ਗਏ ਜਿਨ੍ਹਾਂ ਦੇ ਪੁੱਤ ਬਾਬਾ ਸੋਭਾ ਪਾਉਂਦਾ ਕਦੇ ਨਹੀਂ ਬਾਗ ਅੰਦਰ, ਕੱਚੇ ਫਲ ਜੀ ਦੇ ਜਾਂਦੇ ਟੁੱਟ ਬਾਬਾ ਟੁੱਟ ਬਾਬਾ। ਮਹਾਰਾਜ ਕਹਿੰਦੇ ਕੋਈ ਵਿਰਲਾ ਪਹੁੰਚੇਗਾ, ਇਸ ਨੇ ਜਿਸ ਮੰਜ਼ਲ ਤੇ ਜਾਣਾ, ਦੁਨੀਆ ਦੇ ਰਾਗਾਂ ਚੋਂ ਵੱਖਰੇ ਰਾਗ ਸਾਜ ਨਾਲ ਗਾਣਾ, ਇਹਦੇ ਅੱਗੇ ਝੁਕ ਜਾਣਾ ਵੱਡੇ ਦੁਨੀਆ ਦੇ ਵਿਦਵਾਨਾਂ। ਮਰ ਜਾਣਾ ਆਖੀ ਨਾ ਇਹਨੂੰ ਆਖਿਆ ਕਰ ਮਰਦਾ ਨਾ। ਕਹਿੰਦੇ ਤੇਰੀ ਮਾਂ ਨਾਲ ਵਾਅਦਾ ਕੀਤਾ ਸੀ, ਉਹਨੇ ਕਿਹਾ ਬਾਬਾ ਜੇ ਬਾਂਹ ਫੜੀ ਤੇ ਛੱਡੀ ਨਾ, ਇਹਨੂੰ ਤੈਨੂੰ ਦੇਤਾ ਹੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੂੰ ਮੈਨੂੰ ਦਿੱਤਾ ਤੇ ਮੈਂ ਸਾਰੀ ਦੁਨੀਆ ਨੂੰ ਦੇ ਦੂੰ ਮਰਦਾਨੇ। ਘਰ ਘਰ ਚ ਇਹਦਾ ਵਾਜਾ ਵੱਜੇਗਾ ਮਰਦਾਨਿਆ। ਛਕਲਾ ਸਿਆਣਾ ਬਣ ਕੇ ਤੈਨੂੰ ਕੁਝ ਨਹੀਂ ਹੋ ਚੱਲਿਆ। ਤੁਨ ਲਾਲਚ ਫੇਰ ਕਰੋ ਨਾਰੇ ਦੇ, ਨਿਜ ਰਾਖ ਨਾ ਪਾਸ ਸੁਨੋ ਸੁਮਤੇ। ਪਰ ਇੱਕ ਗੱਲ ਮਰਦਾਨਿਆ ਯਾਦ ਰੱਖੀ ਸਜਣਾ, ਉਹਨੇ ਤੋੜੀ ਜਿੰਨੇ ਛਕਣਿਆ। ਲਾਲਚ ਨਹੀਂ ਕਰਨਾ, ਹਾਂ ਕਿਤੇ ਲਾਲਚ ਨਾ ਕਰੀ। ਸਾਡਾ ਬਚਨ ਤੈਨੂੰ ਕੁਝ ਨਹੀਂ ਹੁੰਦਾ, ਛਕਲਾ ਭੁੱਖ ਮਿਟ ਜੇਗੀ, ਪਰ ਉਹਨੇ ਤੋੜੀ ਜਿੰਨੇ ਛਕਣੇ ਹਨ, ਵੱਧ ਨਹੀਂ ਤੋੜਨੇ, ਰੱਖਣੇ ਨਹੀਂ, ਲਾਲਚ ਨਹੀਂ ਕਰਨਾ। ਤਬ ਪੇਟ ਸ਼ੁਦਾ ਜਿਤਨੀ ਕੋ ਹੈ, ਪਰ ਲੇਹੋ ਤਤੀ ਤਨ ਹੋਏ ਹਿਤੇ। ਇਹਨੇ ਜਿੰਨੀ ਮਰਦਾਨਿਆਂ ਤੇਰੇ ਪੇਟ ਨੂੰ ਭੁੱਖ ਲੱਗੀ ਨਾ, ਉਹਨੇ ਛਕਲਾ ਖਾਂ ਵੀੜ ਕੇ ਸਤ ਕਰਤਾਰ ਕਹਿ ਗਏ। ਭੁੱਖ ਤੋਂ ਵੱਧ ਨਾ ਛਕੀ ਤੇ ਲਾਲਚ ਨਾ ਕਰੀ ਤੇ ਕੋਲ ਨਾ ਰੱਖੀ। 3 ਵਚਨ ਕਰਤੇ, ਭੁੱਖ ਤੋਂ ਵੱਧ ਨਾ ਛਕੀ ਤੇ ਲਾਲਚ ਨਾ ਕਰੀ ਤੇ ਕੋਲ ਨਾ ਰੱਖੀ। ਨ ਹੋਵੇਂਗੇ ਦੁਖ ਪ੍ਰਾਨਨ ਕੋ ਹਤ, ਮਨੋ ਵਕ ਅਚੇਤ ਇਤੇ। ਮਾਰੇ ਸੱਚੇ ਪਾਤਸ਼ਾਹ ਕਹਿੰਦੇ ਹਾਸਾ ਨਾ ਸਮਝੀ ਮਰਦਾਨਿਆ, ਕਰਤਾਰ ਦਾ ਹੁਕਮ। ਤੂੰ ਰਬਾਬੀ ਹੈ ਸਾਡਾ, ਤੇ ਤੈਨੂੰ ਰੋਂਦੇ ਨੂੰ ਵੇਖਿਆ ਨਹੀਂ ਜਾਂਦਾ। ਤੂੰ ਕਰਤਾਰ ਦੀ ਸਿਫਤ ਕਰਦਾ ਰਬਾਬ ਨਾ, ਤੇ ਕਰਤਾਰ ਵੱਲੋਂ ਹੀ ਸਾਨੂੰ ਹੁਕਮ ਆਇਆ ਵੀ ਇਹਨਾਂ ਨੂੰ ਅੱਕ ਛਕਾਓ। ਅੱਕਾਂ 'ਚ ਰਸ ਸੀ ਨਾ, ਪਰ ਸਾਡੇ 3 ਵਚਨ ਮਜ਼ਾਕ ਨਾ ਸਮਝੀ, ਮੈਨੂੰ ਨਾਨਕ ਸਮਝ ਕੇ ਨਾ, ਕਰਤਾਰ ਸਮਝ ਕੇ ਹੁਕਮ ਮੰਨੀ ਵੀ ਭੁੱਖ ਤੋਂ ਵੱਧ ਨਾ ਛਕੀ ਤੇ ਲਾਲਚ ਨਾ ਕਰੀ ਤੇ ਕੱਲ ਨੂੰ ਛਕਾਂਗੇ। ਹੁਣ ਟਾਈਮ ਹੋ ਗਿਆ, ਇੱਥੇ ਰਹਿੰਦੀ ਹੈ ਨਾ, ਫਿਰ ਉਦੋਂ ਤੁਸੀਂ ਆਉਣਾ ਨਹੀਂ ਹੈ ਨਾ। ਆਖੋ ਸਤਿਨਾਮ। ਉਸ ਸ਼ੂਦਰ ਕੈਦਰ ਕਾਰੇ ਨੂੰ ਮੇਰਾ ਨਾਨਕ ਗਲ ਨਾਲ ਲਾਉਂਦਾ ਏ, ਮਰਦਾਨੇ ਵਰਗਾ ਵੀਰ ਕਿਸੇ ਨਾਨਕ ਦੇ ਹਿੱਸੇ ਆਉਂਦਾ। ਮਰਦਾਨੇ ਵਰਗਾ ਵੀਰ ਕਿਸੇ ਨਾਨਕ ਦੇ ਹਿੱਸੇ ਆਉਂਦਾ ਏ। ਉਸ ਸ਼ੂਦਰ ਕੈਦਰ ਕਾਰੇ ਨੂੰ ਗੁਰੂ ਨਾਨਕ ਗਲ ਨਾਲ ਲਾਉਂਦਾ ਏ।
ਵਰਗਾ ਵੀਰ ਕਿਸੇ ਨਾਨਕ ਦੇ ਹਿੱਸੇ ਆਉਂਦਾ ਏ ਦਾਨੇ ਵਰਗਾ ਵੀਰ ਕਿਸੇ ਨਾਨਕ ਦੇ ਹਿੱਸੇ ਆਉਂਦਾ ਏ ਨਹੀਂ ਲਾਲਚ ਕੋਈ ਮਰਦਾਨੇ ਨੂੰ ਨਾ ਰੋਟੀ ਦਾ ਨਾ ਸੌਦੇ ਦਾ ਨਹੀਂ ਲਾਲਚ ਕੋਈ ਮਰਦਾਨੇ ਨਾ ਰੋਟੀ ਦਾ ਨਾ ਸੌਦੇ ਦਾ ਨਹੀਂ ਲਾਲਚ ਕੋਈ ਮਰਦਾਨੇ ਨੂੰ ਨਾ ਰੋਟੀ ਦਾ ਨਾ ਸੌਦੇ ਦਾ ਨਹੀਂ ਲਾਲਚ ਕੋਈ ਮਰਦਾਨੇ ਨੂੰ ਨਾ ਰੋਟੀ ਦਾ ਨਾ ਸੌਦੇ ਦਾ ਬੇਸ਼ੱਕ ਘਰ ਵਿੱਚ ਮਸਲਾ ਏ ਕਦੇ ਰੋਟੀ ਤੇ ਕਦੇ ਸੌਦੇ ਦਾ ਬੇਸ਼ੱਕ ਘਰ ਵਿੱਚ ਮਸਲਾ ਏ ਕਦੇ ਰੋਟੀ ਤੇ ਕਦੇ ਸੌਦੇ ਦਾ ਨਾਨਕ ਨਾ ਕੱਲਾ ਰਹਿ ਜਾਵੇ ਬਸ ਦਿਲ ਚੋਂ ਇਹੋ ਚਾਹੁੰਦਾ ਏ ਮਰਦਾਨੇ ਵਰਗਾ ਵੀਰ ਕਿਸੇ ਨਾਨਕ ਦੇ ਹਿੱਸੇ ਆਉਂਦਾ ਮਰਦਾਨੇ ਵਰਗਾ ਵੀਰ ਕਿਸੇ ਨਾਨਕ ਦੇ ਹਿੱਸੇ ਆਉਂਦਾ ਏ ਮਰਦਾਨੇ ਵਰਗਾ ਵੀਰ ਕਿਸੇ ਨਾਨਕ ਦੇ ਹਿੱਸੇ ਆਉਂਦਾ ਏ ਮਰਦਾਨੇ ਵਰਗਾ ਵੀਰ ਕਿਸੇ ਨਾਨਕ ਦੇ ਹਿੱਸੇ ਆਉਂਦਾ ਏ ਮੇਰੇ ਗੁਰੂ ਨਾਨਕ ਸਾਹਿਬ ਅੱਜ ਥੋੜਾ ਜਿਹਾ ਮੈਨੂੰ ਵਿਸਰਿਆ ਕੱਲ ਨੂੰ ਸਾਰੀ ਕਵਿਤਾ ਸੁਣਾਵਾਂਗੇ ਅੱਜ ਯਕਦਮ ਧਿਆਨ ਆ ਗਿਆ ਯਾਦ ਨਹੀਂ ਸੀ ਗੁਰੂ ਨਾਨਕ ਸਾਹਿਬ ਦਾ ਡਾਢਾ ਪਿਆਰ ਹੈ ਜਿੰਨਾ ਪਿਆਰ ਮਾਰੇ ਨੇ ਉਹਨੂੰ ਕੀਤਾ ਉਦੋਂ ਦੁੱਗਣਾ ਤੁਹਾਨੂੰ ਵੀ ਕਰਦਾ ਹੈ ਪਰ ਮਰਦਾਨੇ ਵਰਗੇ ਗੁਣ ਲੈ ਕੇ ਆਓ ਮਾਰੇ ਨੇ ਆਖਿਆ ਸੀ 3 ਵਚਨ ਮਰਦਾਨਿਆਂ ਕਦੇ ਨਾ ਭੁੱਲੀ ਇੱਕ ਆਪਣੇ ਕੇਸ ਸੁੱਚੇ ਰੱਖੀ ਇੱਕ ਅੰਮ੍ਰਿਤ ਵੇਲਾ ਨਾ ਤਿਆਗੀ ਇੱਕ ਆਪਣੇ ਘਰ ਆਏ ਸਾਧੂ ਸੰਤ ਨੂੰ ਖਾਲੀ ਨਾ ਬੋਲੀ ਸਾਰੀ ਜ਼ਿੰਦਗੀ ਇਹ ਵਚਨ ਉਹਨੇ ਪੂਰੇ ਪੁਗਾਏ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣਾ ਪਿਆਰ ਉਹਨੂੰ ਵੰਡਿਆ ਉਹਨਾਂ ਦੋਹਾਂ ਰੂਹਾਂ ਦਾ ਪਿਆਰ ਅੱਜ ਆਪਾਂ ਨੂੰ ਮਿਲਿਆ ਅੱਜ ਇੰਨਾ ਆਨੰਦ ਵਰਤਿਆ ਨਾ ਆਪਣੇ ਆਪ ਨੂੰ ਐਂ ਲੱਗਦਾ ਵੀ ਇਹ ਦੁਨੀਆ ਹੀ ਗਵਾਚ ਗਈ ਇਸ ਕਰਕੇ ਇੱਥੇ ਆ ਕੇ ਸੁੱਖ ਮਿਲਦਾ ਇੱਥੇ ਦੇ ਨਾਗਾਂ ਦੀ ਆਤਮਾ ਨੂੰ ਸਰੂਰ ਆ ਗਏ ਜਿਨ੍ਹਾਂ ਦੇ ਅੰਦਰ 24 ਘੰਟੇ ਜ਼ਹਿਰ ਤੜਫਦਾ ਆਪਾਂ ਤਾਂ ਫਿਰ ਬੰਦੇ ਆ ਸੱਪ ਦੇ ਅੰਦਰ ਜ਼ਹਿਰ ਇੰਨੀ ਥੁੱਕ ਸੁੱਟਦੇ ਪੈਰ ਗਾਲ ਦਿੰਦਾ ਪਰ ਉਹਨੇ ਵੀ ਗੁਰੂ ਨਾਨਕ ਨੂੰ ਆਖਿਆ ਬਾਬਾ ਜਿੰਨਾ ਚਿਰ ਮੈਂ ਤੇਰੇ ਕੋਲ ਆ ਠੰਡ ਜੀ ਪੈਂਦੀ ਮੇਰਾ ਜੀ ਨਹੀਂ ਕਰਦਾ ਪਰ ਮੈਨੂੰ ਲੋਕਾਂ ਛੱਡਣਾ ਨਹੀਂ ਅੱਜ ਵੀ ਆਪਾਂ ਇੱਕ ਦੂਜੇ ਨੂੰ ਪਿਆਰ ਕਰਦੇ ਤੇ ਲੋਕੀ ਛੱਡਦੇ ਨਹੀਂ ਨਾ ਉਸੇ ਵੇਲੇ ਉਂਗਲ ਲਾ ਦਿੰਦੇ ਵੀ ਇਹ ਬੰਦਾ ਗਲਤ ਆ ਸੱਪ ਨੇ ਵੀ ਆਖਿਆ ਸੀ ਬਾਬਾ ਮੇਰਾ ਜੀ ਕਰਦਾ ਮੈਂ ਤੇਰੇ ਕੋਲ 24 ਘੰਟੇ ਰਵਾਂ ਪਰ ਕੀ ਕਰਾਂ ਜਦੋਂ ਕਿਸੇ ਨੇ ਵੇਖ ਲਿਆ ਨਾ ਮੇਰੇ ਸਿਰ 'ਚ ਡੰਡਾ ਮਾਰ ਦੇਣਾ ਇਸ ਕਰਕੇ ਰਾਏ ਬਲਾਰ ਨੂੰ ਵੇਖ ਕੇ ਉਹ ਸੱਪ ਵਾਪਸ ਬਿੱਲ 'ਚ ਚਲੇ ਗਿਆ ਸੀ ਨਾਨਕ ਨਾਮ